नाम न जानिया राम का मुड़े, फिर पाछे पछताए रे। राम जपो जी ऐसे ऐसे, ध्रुव प्रहलाद जप्यो हर जैसे। दीन दयाल भरोसे तेरे, सब परिवार चढ़ाया बेड़े। जात सुभावै ता हुक्म मनावै, इस बेड़े को पार लंघावै। गुर प्रसाद ऐसी बुद्ध समानी, चूक गई फिर आमन जानी। कहो कबीर भज सारंग पानी, उर्वार पार सब को दानी। सतनाम वाहेगुरु साहिब जियो। तनासरी महला पहला, कर पहला चौपदे एक ओंकार। सतनाम करता पुरख निर्भव निर्वैर, अकाल मूरत अजूनी सैपं। गुर प्रसाद जियो डरत है अपना, कैसो करी पुकार। दुख विसारण सेवया, सदा सदा दातार। जियो डरत है अपना, कैसो करी पुकार। दुख विसारण सेवया, सदा सदा दातार। साहिब मेरा नीत नवा, सदा सदा दातार। रहाओ अन दिन साहिब सेविए, अंत छड़ाए सोए। सुन सुन मेरी कामनी, पारे उतारा होए। दयाल तेरे नाम तरा, सदगुरु बाण जाओ। रहाओ सर्वं साचा एक है, दूजा नहीं कोई। ताकि सेवा सो करे, जाको नदर करे। तुद बाज प्यारे केवरा, सावड़ियाई दे जित नाम तेरे लाग रहा। दूजा नहीं कोई, जिस आगे प्यारे जाए कहाँ। रहाओ सेवी साहिब अपना, और न जाचो कोई। नानक ताका दास है, बिंद बिंद चुख चुख होए। साहिब तेरे नाम मिटो, बिंद बिंद
ਬਿੰਦ ਚੁਖ ਚੁਖ ਹੋਏ, ਸੇਵੀ ਸਾਹਿਬ ਆਪਣਾ ਅਵਰ ਨ ਜਾਤੋਂ ਕੋਏ। ਨਾਨਕ ਤਾਕਾ ਦਾਸ ਹੈ, ਬਿੰਦ ਬਿੰਦ ਚੁਖ ਚੁਖ ਹੋਏ, ਸਾਹਿਬ ਤੇਰੇ ਨਾਮ ਵਿਟੋ। ਬਿੰਦ ਬਿੰਦ ਚੁਖ ਚੁਖ ਹੋਏ, ਰਹਾਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਾਵਨ ਪਵਿੱਤਰ ਸ਼ਬਦ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਧਨਾਸਰੀ ਰਾਗ ਦੇ ਅੰਦਰ ਇਹ ਸ਼ਬਦ ਹੈ। ਸੁਰ ਤਾਲ ਭਾਵ ਘਰ ਪਹਿਲਾ ਚੌਪਦੇ। ਆਪ ਜੀ ਨੇ ਵੇਖਿਆ ਹੈ ਇਸ ਦੇ ਵਿੱਚ ਰਹਾਉ 4 ਵਾਰੀ ਆਇਆ। 4 ਪਦਿਆਂ ਵਾਲਾ ਇਹ ਸ਼ਬਦ ਮੇਰੇ ਸਹਿਬਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਉਚਾਰਿਆ ਹੋਇਆ ਹੈ। ਸ਼ਬਦ ਸ਼ੁਰੂ ਕਰਨ ਤੋਂ ਪਹਿਲਾਂ ਮੰਗਲਾ ਉਚਾਰਨ ਮੇਰੇ ਪਾਤਸ਼ਾਹ ਉਸ ਅਕਾਲ ਪੁਰਖ ਪ੍ਰਮਾਤਮਾ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਨੇ। ਇਹ ਸ਼ਬਦ ਉਸ ਟਾਈਮ ਤੇ ਮੇਰੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਉਚਾਰਨ ਕੀਤਾ ਜਦੋਂ ਉਹਨਾਂ ਦੇ ਮਹਿਲ ਮਾਤਾ ਸੁਲੱਖਣੀ ਜੀ ਨੇ ਕਿਹਾ, ਪਾਤਸ਼ਾਹ ਪਤੀ ਦੇਵ ਸਤਿਗੁਰੂ ਕਿਰਪਾ ਕਰੋ, ਇਹੋ ਜਿਹਾ ਉਪਦੇਸ਼ ਬਖਸ਼ਿਸ਼ ਕਰੋ ਜਿਸ ਦੇ ਸੁਣਨ ਦੇ ਨਾਲ ਜਿਹੜਾ ਸੰਸਾਰ ਦੇ ਬੰਧਨ ਹਨ ਉਹਨਾਂ ਤੋਂ ਮੁਕਤ ਹੋ ਜਾਈਏ। ਤਾਂ ਮੇਰੇ ਪਾਤਸ਼ਾਹ ਨੇ ਉਸ ਟਾਈਮ ਤੇ ਇਹ ਸ਼ਬਦ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਉਚਾਰਨ ਕੀਤਾ, ਇੱਕ ਓੰਕਾਰ। ਉਹ ਅਕਾਲ ਪੁਰਖ ਪਰਮਾਤਮਾ ਸਿਰਫ ਇੱਕ ਹੈ ਜਿਸ ਨੇ ਇਹ ਸਾਰੀ ਸ੍ਰਿਸ਼ਟੀ ਬਣਾਈ ਹੈ ਤੇ ਪੰਜ ਧਾਤੂਆਂ ਤੋਂ ਇਹ ਸਾਰੀ ਸ੍ਰਿਸ਼ਟੀ ਨੂੰ ਰਚ ਕੇ ਤੇ ਵਿੱਚ ਆਪ ਹੀ ਆਪ ਪੰਜ ਵਿਸ਼ੇ ਕਾਮ ਕ੍ਰੋਧ ਲੋਭ ਮੋਹ ਹੰਕਾਰਾ ਪਾ ਕੇ ਇਹ ਸਾਰੀ ਸ੍ਰਿਸ਼ਟੀ ਨੂੰ ਸਾਜਿਆ ਤੇ ਹਰ ਇੱਕ ਜੀਵ ਦੇ ਅੰਦਰ ਉਸ ਅਕਾਲ ਪੁਰਖ ਪ੍ਰਮਾਤਮਾ ਨੇ ਆਪਣੀ ਜੋਤ ਟਿਕਾਈ। ਤੇ ਉਹ ਜਿਹਾ ਉਹ ਅਕਾਲ ਪੁਰਖ ਪ੍ਰਮਾਤਮਾ ਸਿਰਫ ਤੇ ਸਿਰਫ ਇੱਕ ਹੈ, ਇੱਕ ਓੰਕਾਰ ਜਿਸ ਨੇ ਇਹ ਸਾਰੀ ਸ੍ਰਿਸ਼ਟੀ ਰਚੀ। ਉਹ ਅਕਾਲ ਪੁਰਖ ਪ੍ਰਮਾਤਮਾ ਇੱਕ ਹੈ। ਸਤਨਾਮ ਤੇ ਉਸ ਅਕਾਲ ਪੁਰਖ ਪ੍ਰਮਾਤਮਾ ਦਾ ਸੱਚਾ ਨਾਮ ਹੈ ਕਰਤਾ ਪੁਰਖ। ਉਹ ਕਰਤਾ ਕਰਤਾ ਧਰਤਾ ਸਭ ਅਕਾਲ ਪੁਰਖ ਆਪ ਹੈ। ਨਿਰਭਉ ਉਹ ਕਦੇ ਵੀ ਕਿਸੇ ਤੋਂ ਡਰਦਾ ਨਹੀਂ। ਨਿਰਵੈਰ ਨਾ ਉਹ ਕਿਸੇ ਦੇ ਨਾਲ ਵੈਰ ਭਾਵਨਾ ਰੱਖਦਾ ਹੈ। ਅਕਾਲ ਮੂਰਤ ਉਸ ਦੀਆਂ ਅਨੇਕਾਂ ਹੀ ਮੂਰਤਾਂ ਹਨ, ਹਰ ਇੱਕ ਮੂਰਤ ਦੇ ਅੰਦਰ ਉਹ ਛਿਪਿਆ ਹੋਇਆ ਹੈ। ਮਹਾਰਾਜ ਪ੍ਰਮਾਣ ਕਰਦੇ ਨੇ, ਤੋ ਹਿਰਦੈ ਗੁਪਤ ਵਸੇ ਦਿਨ ਰਾਤੀ ਤੇਰਾ ਭਾਉ ਨਾ ਜੇ ਗਵਾਰੇ। ਹੇ ਮੂਰਖ ਗਵਾਰ ਬੰਦੇ, ਤੇਰੇ ਅੰਦਰ ਉਸ ਅਕਾਲ ਪੁਰਖ ਪ੍ਰਮਾਤਮਾ ਦੀ ਜੋਤ ਟਿਕੀ ਹੈ। ਉਹ ਤੇ ਹਰ ਰੋਜ਼ ਦਿਨ ਰਾਤ ਤੇਰੇ ਅੰਦਰ ਵਿਚਰ ਰਿਹਾ ਹੈ। ਅਕਾਲ ਮੂਰਤ ਉਹ ਕਾਲਾਂ ਤੋਂ ਰਹਿਤ ਹੈ, ਅਜੂਨੀ ਨਾ ਉਹ ਜੂਨਾ ਦੇ ਵਿੱਚ ਆਉਂਦਾ ਹੈ, ਨਾ ਜੰਮਦਾ ਹੈ, ਨਾ ਮਰਦਾ ਹੈ। ਸਹਿਬ ਹਮ ਉਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੈ। ਗੁਰ ਪ੍ਰਸਾਦ ਤੇ ਜੀ ਉਸ ਅਕਾਲ ਪੁਰਖ ਪ੍ਰਮਾਤਮਾ ਦੇ ਦਰਸ਼ਨ ਕਰਨੇ ਹੋਣ ਤੇ ਕਿਵੇਂ ਹੋਣਗੇ? ਗੁਰ ਪ੍ਰਸਾਦ, ਗੁਰੂ ਦੀ ਕਿਰਪਾ ਦੇ ਦੁਆਰਾ ਇਹੋ ਜਿਹੇ ਅਕਾਲ ਪੁਰਖ ਪ੍ਰਮਾਤਮਾ ਦੇ ਭਾਈ ਦਰਸ਼ਨ ਹੁੰਦੇ ਨੇ। ਤੇ ਫਿਰ ਮੇਰੇ ਪਾਤਸ਼ਾਹ ਨੇ ਇਹ ਸ਼ਬਦ ਸ਼ੁਰੂ ਕੀਤਾ ਮੰਗਲਾ ਉਚਾਰਨ ਤੋਂ ਬਾਅਦ। ਕੀ ਕਹਿੰਦੇ ਨੇ? ਜਿਉ ਡਰਤ ਹੈ ਆਪਣਾ ਕੈਸੋ ਕਰੀ ਪੁਕਾਰ। ਜਿਉ ਕਿਹਨੂੰ ਕਹਿੰਦੇ ਨੇ? ਜਿਉ ਕਹਿੰਦੇ ਨੇ ਆਪਣੀ ਜਿੰਦ ਨੂੰ, ਆਤਮਾ।
महाराज संबोधन करके कहते ने कि जियो डरत है अपना, ये शब्द महाराज ने सानू अगे रख के पहला उच्चारण किया। उहदे बाद फिर बेनती का शब्द करते हैं, कहते ने जियो डरता है अपना कैसो करी पुकार। ये सच्चे पातशाह वाहिगुरु, मेरी जिंद बड़ी डरती है, आत्मा बड़ी डरती है, इस जन्म मरण के गेड़ तू बड़ा डरती है। कैसो करी पुकार, मैं किस तरह तेरे अगे पुकार करा। फिर उहदे बाद मेरे पातशाह बेनती का शब्द उच्चारण करते हैं, कहते ने दुख विसारण सेविया सदा सदा दातार। कहते ਉਹ ਅਕਾਲ ਪੁਰਖ परमात्मा वाहिगुरु ਜਿਹੜਾ ਸਾਰਿਆਂ ਦੇ ਦੁੱਖਾਂ ਦਾ ਨਾਸ਼ ਕਰਨ ਵਾਲਾ ਹੈ, ਸਾਰਿਆਂ ਦੇ ਦੁੱਖਾਂ ਨੂੰ ਨਿਵਾਰਨ ਵਾਲਾ ਹੈ। ਤੇ ਉਹ ਜੇ ਅਕਾਲ ਪੁਰਖ परमात्मा ਤੂੰ ਸਦਾ ਸਦਾ हर वेले हमेशा उठदियां बहिंदियां सौंदियां जागदियां ਜਿਹੜਾ ਉਹ ਅਕਾਲ ਪੁਰਖ ਦਾਤਾਰ ਹੈ, ਸਾਰਿਆਂ ਦੀਆਂ ਦਿਲਾਂ ਦਾ ਜਾਣਨ ਵਾਲਾ ਤੇ ਸਾਰਿਆਂ ਨੂੰ ਦੇਣ ਵਾਲਾ, ਦਾਤਾ ਵੰਡਣ ਵਾਲਾ, ਇਹੋ ਜਿਹੇ ਉਸ ਅਕਾਲ ਪੁਰਖ ਪ੍ਰਮਾਤਮਾ ਦੇ ਨੂੰ ਤੂੰ ਸਿਮਰਿਆ ਕਰ। ਇਹੋ ਜਿਹੇ ਅਕਾਲ ਪੁਰਖ ਪ੍ਰਮਾਤਮਾ ਨੂੰ ਤੂੰ ਚਿਤਾਰਿਆ ਕਰ। ਸਾਹਿਬ ਮੇਰਾ ਨੀਤਨਵਾਰ ਸਦਾ ਸਦਾ ਦਾਤਾਰ। ਉਹ ਮੇਰਾ ਵਾਹਿਗੁਰੂ ਜਿਹੜਾ ਹਰ ਰੋਜ਼ ਨਿਤ ਹੀ ਨਵਾਂ ਹੈ, ਨਵੀਨ ਹੈ, ਸਦਾ ਸਦਾ ਦਾਤਾਰ, ਤੇ ਜਿਹੜਾ ਸਾਰਿਆਂ ਨੂੰ ਹਮੇਸ਼ਾ ਹਮੇਸ਼ਾ ਲਈ ਦਾਤਾ ਵੰਡਦਾ ਹੈ। ਇਹੋ ਜਿਹੇ ਉਸ ਅਕਾਲ ਪੁਰਖ ਪ੍ਰਮਾਤਮਾ ਨੂੰ ਸਿਮਰਿਆ ਕਰ। ਭਾਈ ਉਸ ਅਕਾਲ ਪੁਰਖ ਪ੍ਰਮਾਤਮਾ ਦੇ ਸਿਮਰਨ ਦੇ ਨਾਲ ਜਿਹੜੇ ਪਿਛਲੇ ਜਨਮ ਦੇ ਲਿਖੇ ਹੋਏ ਲੇਖ ਨੇ ਨਾ, ਉਹ ਵੀ ਮਿਟ ਜਾਂਦੇ ਨੇ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹ ਅਕਾਲ ਪੁਰਖ ਪ੍ਰਮਾਤਮਾ ਜਿਹੜਾ ਸਾਰਿਆਂ ਨੂੰ ਦੇਣ ਵਾਲਾ ਹੈ, ਦਾਤਾ, ਤੇ ਉਹ ਪਿਛਲੇ ਲੇਖ ਵੀ ਮਿਟੇ ਦਿੰਦਾ ਹੈ। ਜਿਵੇਂ ਚੱਬੇ ਪਿੰਡ ਦੀ ਮਾਤਾ ਸੁਲੱਖਣੀ, ਇੱਕ ਦਿਨ ਸਾਡੇ ਭੈਣ ਜੀ ਕਹਿਣ ਲੱਗੇ, ਬਾਬਾ ਜੀ ਮਾਤਾ ਸੁਲੱਖਣੀ ਦੀ ਸਾਖੀ ਵੀ ਕਿਸੇ ਦਿਨ ਸੁਣਾਣੀ ਹੈ। ਪਤਾ ਨਹੀਂ ਹੁਣ ਸਾਡੇ ਭੈਣ ਜੀ ਆਏ ਨੇ ਕਿ ਨਹੀਂ ਆਏ। ਤੇ ਮਾਤਾ ਸੁਲੱਖਣੀ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੰਗਰਾਣੇ ਦੀ ਢਾਬ ਦੇ ਨੇ, ਤੇ ਸਭ ਦੀਆਂ ਖੁਸ਼ੀਆਂ ਦੇ ਨਾਲ ਝੋਲੀਆਂ ਭਰ ਰਹੇ ਨੇ। ਰੋਵਤ ਜਾਏ ਸੋ ਹੱਸੈ, ਰੋਂਦੇ ਰੋਂਦੇ ਦੁਨੀਆ ਜਾਂਦੀ ਹੈ ਤੇ ਹੱਸ ਕੇ ਦਰਬਾਰ ਦੇ ਵਿੱਚੋਂ ਖੁਸ਼ੀਆਂ ਲੈ ਕੇ ਝੋਲੀਆਂ ਭਰ ਕੇ ਆਉਂਦੀ ਹੈ। ਚੱਬੇ ਪਿੰਡ ਦੀ ਰਹਿਣ ਵਾਲੀ ਮਾਤਾ ਸੁਲੱਖਣੀ ਦੀਵਾਨ ਦੇ ਅੰਦਰ ਗਏ। ਦੀਵਾਨ ਸੱਜਿਆ ਸੀ, ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਦੀਵਾਨ ਦੀ ਸਮਾਪਤੀ ਹੋਈ। ਸਾਰੇ ਆਸ਼ੀਰਵਾਦ ਲੈ ਕੇ ਖੁਸ਼ੀਆਂ ਲੈ ਕੇ ਜਾ ਰਹੇ ਨੇ। ਮਾਤਾ ਵੀ ਗਈ ਤੇ ਜਾ ਕੇ ਜਦੋਂ ਅਰਦਾਸ ਬੇਨਤੀ ਕੀਤੀ, ਕਹਿਣ ਲੱਗੀ, ਸੱਚੇ ਪਾਤਸ਼ਾਹ ਮੇਰੇ ਤੇ ਕਿਰਪਾ ਕਰੋ। ਭਲਿਓ ਜਿਹੜੀ ਮਾਂ ਹੁੰਦੀ ਹੈ ਨਾ, ਉਸ ਨੂੰ ਬੜੀ ਸਦਰਾਂ ਹੁੰਦੀਆਂ ਨੇ ਕਿ ਵੀ ਉਹ ਵੀ ਬੱਚੇ ਦੀ ਦਾਤ ਉਸ ਨੂੰ ਪ੍ਰਾਪਤ ਹੋਵੇ। ਤੇ ਮਾਂ ਕਹਾਣ ਨੂੰ ਹਮੇਸ਼ਾ ਉਹਨੂੰ ਵੀ ਲੋਚ ਰਹਿੰਦੀ ਹੈ, ਤ੍ਰਿਸ਼ਨਾ ਰਹਿੰਦੀ ਹੈ ਕਿ ਕੋਈ ਮੈਨੂੰ ਵੀ ਮਾਂ ਕਹਿ ਕੇ ਬੁਲਾਏ। ਚੱਬੇ ਪਿੰਡ ਦੀ ਰਹਿਣ ਵਾਲੀ, ਜਿਸ ਨੇ ਕੋਈ ਦੇਵੀ ਦੇਵਤਾ ਨਹੀਂ ਛੱਡਿਆ, ਕੋਈ ਪੀਰ ਫਕੀਰ ਨਹੀਂ ਛੱਡਿਆ, ਜਿੱਥੇ ਵੀ ਕੋਈ ਦਸ ਪਾਣੀ ਉੱਥੇ ਉਸਨੇ ਜਾਣਾ, ਆਪਣੇ ਹੱਥੀਂ ਪ੍ਰਸ਼ਾਦੇ ਬਣਾਣੇ, ਜੋ ਜੋ ਵੀ ਕਿਸੇ ਨੇ ਕਿਹਾ ਸਭ ਕੁਝ ਉਸਨੇ ਕਰ ਲਿਆ, ਪਰ ਕਿਤੋਂ ਵੀ ਪੁੱਤਰ ਦੀ ਦਾਤ ਨਾ ਮਿਲੀ। ਗੱਜ ਕੇ ਆਖੋ ਸਤਨਾਮ। ਜਦੋਂ ਖੇਤਾਂ ਦੇ ਵਿੱਚ ਲੰਗਰ ਦੇ ਕੇ ਆ ਰਹੀ ਸੀ, ਪ੍ਰਸ਼ਾਦੇ ਦੇ ਕੇ ਆ ਰਹੀ ਸੀ, ਤੇ ਰਸਤੇ ਦੇ ਵਿੱਚ ਨਾ ਉਸ ਅਕਾਲ ਪੁਰਖ ਪ੍ਰਮਾਤਮਾ ਦੇ ਨਾਲ ਗੱਲਾਂ ਕਰਦੀ ਆਂਦੀ ਹੈ ਤੇ ਨਾਲੇ ਰੋਂਦੀ ਆਂਦੀ ਹੈ। ਵੈਰਾਗ ਦੇ ਨਾਲ ਮਨ ਭਰਿਆ ਹੈ ਤੇ ਆਪਣੇ ਪੱਲੂ ਦੇ ਨਾਲ ਨਾਲੇ ਅੱਖਾਂ ਨੂੰ ਪੂੰਝੀ ਆਂਦੀ ਹੈ ਤੇ ਨਾਲੇ ਰੋਂਦੀ ਆਂਦੀ ਹੈ। ਅੱਗੋਂ ਦੇ ਮੇਰੇ ਭਾਈ ਸਾਹਿਬ ਭਾਈ ਗੁਰਦਾਸ ਜੀ, ਜਿਨ੍ਹਾਂ ਨੂੰ ਵੇਦ ਵਿਆਸ ਕਿਹਾ ਜਾਂਦਾ ਹੈ, ਅੱਗੋਂ ਦੀ ਉਹ ਮਿਲ ਗਏ ਤੇ ਕਹਿਣ ਲੱਗੇ, ਬੀਬੀ ਕੀ ਗੱਲ ਹੈ,
बड़ी उदास है, रो रही है, तो तू तेरे अंदर लगता है कोई दुख छुपा के बैठी है, तू दस। क्योंकि सियाणे कहते ने भी जे किते दुख होवे ना ते कोठे ते चढ़ के भी पिटना चाहिए है। ते कह लगे भी जे तेनू कोई दुख है तो तू दस। हो सकता है गुरु दा सिख तेरा कोई जिहड़ा दुख है वंडा सके। ते जदों शरधा भावना दे नाल जदों आपां किसी को दुख पुछीए ना, शरधा दे नाल हमदर्दी दिखा के कदों किसी को दुख पुछीए ते वो फिर ਉਹਦਾ ਜਿਹੜਾ ਦੁੱਖ है ना वो फिर रसना ਦੇ ਉੱਤੇ आ ਜਾਂਦਾ है। ਜਦੋਂ ਇੰਨੀ ਗੱਲ ਕਹੀ ਤੇ ਮਾਤਾ ਸੁਲੱਖਣੀ ਫਿਰ ਹੋਰ ਉੱਚੀ ਉੱਚੀ ਰੋਣ ਲੱਗ ਗਈ, ਨਾਲੇ ਰੋਈ ਜਾਂਦੀ ਏ ਤੇ ਨਾਲੇ ਆਪਣੇ ਵਾਰਤਾ ਸੁਣਾ ਰਹੀ ਹੈ। ਕਹਿਣ ਲੱਗੀ ਮੈਂ ਕੋਈ ਵੀ ਦੇਵੀ ਦੇਵਤਾ ਨਹੀਂ ਛੱਡਿਆ, ਜਿੱਥੇ ਵੀ ਮੈਨੂੰ ਕਿਸੇ ਨੇ ਕਿਹਾ ਹੈ ਮੈਂ ਉੱਥੇ ਜਾ ਕੇ ਅਰਦਾਸ ਬੇਨਤੀ ਕੀਤੀ ਹੈ। ਕੋਈ ਪੀਰ, ਕੋਈ ਫਕੀਰ, कोई औलिया ध्याना नहीं छड्या, सब जगह ते मैं जाके वेख लिया है, हकीमां कोलों इलाज भी करवा लिया है, पर मेरे घर पुत्र नहीं। मेरा पसारा बहुत वड्डा है, मेरे खेत बहुत ने, घर बहुत चंगा है, ते मेरे घर कोई बच्चा नहीं है। ये सब कुछ किसदा है? ते नाल दी नाल मैनूं शरीकणियां भी ताने मारदियां ने, कहंदी हैं कि भी इसने इसे तरह इस जहान तो उतरी ही चले जाना है। गदी का तो सतनाम। जदों बोलियां मारदियां ने ते मैनू तीरा वांगू लगदियां ने, ते मेरे कोल उस अकाल पुरख परमात्मा ने मैनू बच्चे की दात नहीं दी। जदों इन्नी गल कही सुनी ते भाई गुरदास जी का भी मन भर आया ते कहन लगे माता इंज कर, सगराने की ढाब के उत्ते मेरे पातशाह साहब श्री गुरु हरगोबिंद साहब जी ने वो तो सब दियां झोलियां भरते ने, वो आप नारायण कला धार जग मैं परवरियो उस अकाल पुरख परमात्मा का रूप लैके आए सी। पहले पातशाह साहब श्री गुरु नानक देव जी महाराज उन्होंने गुरगद्दी के उत्ते सुभाएमान छेवें पातशाह साहब श्री गुरु हरगोबिंद साहब जी ने संगराने की ढाब के उत्ते इस टाइम से वो सारिया संगतां दियां खुशियां नाल झोलियां पा रहे ने। तुसी उत्थे जाके अरदास बेनती करो। माता दूसरे दिन चली गई, जाके दीवान की समाप्ति हुई, सारिया संगतां आशीर्वाद लैके गुरु महाराज जी तो खुशियां लैके खुशी खुशी अपने घरां नूं परत रहीआं ने। ते अज वो माता सुलक्खणी जिन्हें जाके पैना भांडियां की सेवा की, उस दे बाद लंगरां की सेवा की, बाद विच गुरु के जोड़ियां की सेवा की, सारी संगतां दे जोड़ियां की सेवा की। ते जदों उसकी वारी आई तो साहब श्री गुरु हरगोबिंद साहब जी के अगे जाके गल विच पल्ला पा के ते नाले फुट फुट के रोई है ते नाले बेनती कर रही, पातशाह कृपा करो, मैं कोई जगह नहीं इहो जी छड्डी जिथे मैं नहीं गई, अरदास बेनती नहीं की, कोई हकीम भी नहीं छड्डिया, कृपा करके मैनू बच्चे की दात बख्शिश करो। जदों थोड़ी देर मेरे पातशाह ने नेत्र बंद रखे ते उस तो बाद नेत्र खुले ते नाल कहा वचन कीते माता जी, वो अकाल पुरख परमात्मा ने आप जी के कर्मां दे विच बच्चे की दात लिखी नहीं। गज क्या सतनाम। जदों इन्नी गल कही रोंदी हुई वापस आ गई। अगों तो फिर भाई गुरदास जी मिले, कह लगे माता साहब श्री गुरु हरगोबिंद साहब जी के दरबार में गई सां, की गल तू तो रोंदी आ रही है? इत्थों ते उसके दरबार दे विचों सच्चे की दात लैके सारे खुशियां खुशियां आंदे ने, हसदे होए आंदे ने, पर तू क्यों रो रही है? ते होर ज्यादा रोन लग गई। कह लगी मैनू पातशाह ने कहा है कि तेरे कर्मां दे विच ते पुत्र दी दात है ही नहीं, लिखी ही नहीं उस अकाल पुरख परमात्मा ने। ते भाई गुरदास जी हस के मुस्कुरा के कह लगे बस इन्नी गल है? कहती हाँ जी। कहता चल मेरे नाल। भाई गुरदास ने अपने कोलों कलम दिते ते नाल कलम दे नाल स्याही दवात दे के एक कागज कोरा दे के कह लगे ऐला फड़ घर लै जा, तो सवेरे मेरे पातशाह शिकार नूं जदों जाणगे ना ते घोड़े की लगाम फड़ के कह दी कि सच्चे पातशाह
ਕਿਰਪਾ ਕਰੋ ਜੇ ਉੱਥੇ ਵੀ ਤੁਸੀਂ ਲਿਖਣਾ ਸੀ, ਜੇ ਉੱਥੇ ਮੇਰੇ ਕਰਮਾਂ ਵਿੱਚ ਨਹੀਂ ਲਿਖਿਆ ਤੇ ਆਹ ਫੜੋ ਕਲਮ ਦਵਾਤ ਤੇ ਨਾਲ ਕਾਗਜ਼ ਤੇ ਇੱਥੇ ਮੇਰੇ ਕਰਮਾਂ ਦੇ ਵਿੱਚ ਪੁੱਤਰ ਦੀ ਦਾਤ ਲਿਖ ਦਿਓ। ਕਦੇ ਕਿਆ ਕੋ ਸਤਨਾਮ ਸ੍ਰੀ ਵਾਹਿਗੁਰੂ। ਦੂਸਰੇ ਦਿਨ ਜਦੋਂ ਸਵੇਰੇ ਮੇਰੇ ਪਾਤਸ਼ਾਹ ਸ਼ਿਕਾਰ ਨੂੰ ਜਾਣ ਲੱਗੇ ਤੇ ਭਾਈ ਗੁਰਦਾਸ ਦੀ ਪ੍ਰੇਰੀ ਹੋਈ, ਨਾਲ ਭਾਈ ਗੁਰਦਾਸ ਜੀ ਵੀ ਆ ਕੇ ਖੜ ਗਏ ਤੇ ਉਹ ਬੀਬੀ ਆ ਗਏ ਤੇ ਆ ਕੇ ਘੋੜੇ ਦੀ ਲਗਾਮ ਫੜ ਲਈ। ਘੋੜੇ ਦੀ ਲਗਾਮ ਫੜ ਕੇ ਨਾ ਤੇ ਬੇਨਤੀ ਕਰਨ ਲੱਗੀ, ਕਹਿਣ ਲੱਗੀ ਪਾਤਸ਼ਾਹ ਕਿਰਪਾ ਕਰੋ, ਮੈਂ ਕੱਲ ਆਪ ਜੀ ਦੇ ਦਰਬਾਰ ਦੇ ਵਿੱਚ ਆਈ ਸਾਂ ਤੇ ਆਪ ਜੀ ਨੂੰ ਬੱਚੇ ਦੀ ਮੈਂ ਮੰਗ ਕੀਤੀ ਸੀ, ਬੇਨਤੀ ਕੀਤੀ ਸੀ, ਪਰ ਆਪ ਨੇ ਕਿਹਾ ਹੀ ਆਪ ਜੀ ਦੇ ਕਰਮਾਂ ਵਿੱਚ ਉਸ ਅਕਾਲ ਪੁਰਖ ਪ੍ਰਮਾਤਮਾ ਨੇ ਲਿਖਿਆ ਹੀ ਨਹੀਂ। ਤੇ ਮੈਂ ਸੁਣਿਆ ਤੁਸੀਂ ਦੋ ਜਹਾਨ ਦੇ ਵਾਲੀ ਹੋ, ਉਸ ਅਕਾਲ ਪੁਰਖ ਪ੍ਰਮਾਤਮਾ ਦਾ ਆਪ ਰੂਪ ਲੈ ਕੇ ਆਏ ਹੋ, ਤੇ ਜੇ ਉੱਥੇ ਨਹੀਂ ਲਿਖਿਆ ਤੇ ਆਹ ਫੜੋ ਕਲਮ ਦਵਾਤ ਤੇ ਨਾਲ ਕਾਗਜ਼, ਜੇ ਉੱਥੇ ਲਿਖਣਾ ਭੁੱਲ ਗਏ ਹੋ ਤੇ ਅੱਜ ਮੇਰੇ ਕਰਮਾਂ ਵਿੱਚ ਲਿਖ ਦਿਓ। ਜਦੋਂ ਇਹ ਸ਼ਰਧਾ ਦੀ ਬੇਨਤੀ ਵਾਲੇ ਸ਼ਬਦ ਮੇਰੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸੁਣੇ ਨਾ ਤੇ ਹੱਸ ਕੇ ਮੁਸਕਰਾ ਕੇ ਨਾ ਤੇ ਬੀਬੀ ਕੋਲੋਂ ਫਿਰ ਕਾਗਜ਼ ਵੀ ਫੜ ਲਿਆ ਤੇ ਕਲਮ ਵੀ ਫੜ ਲਈ ਤੇ ਸ਼ਾਹੀ ਵੀ ਫੜ ਲਈ। ਤੇ ਜਦੋਂ ਲਿਖਣ ਲੱਗੇ ਨਾ ਤੇ ਕੋਲੋਂ ਦੀ ਭਾਈ ਗੁਰਦਾਸ ਬੋਲ ਪਏ। ਕਈ ਮੇਰੇ ਵੀਰ ਭਰਾ ਕਹਿੰਦੇ ਨੇ ਕਿ ਵੀ ਜਦੋਂ ਲਿਖਣ ਲੱਗੇ ਨਾ ਵੀ ਘੋੜੇ ਨੇ ਪੈਰ ਹਿਲਾਇਆ ਤੇ ਇੱਕ ਦੀ ਜਗ੍ਹਾ ਤੇ 7 ਪੈ ਗਿਆ। ਨਹੀਂ, ਮਨ ਮਤ ਹੈ, ਕਿਉਂਕਿ ਉਹ ਅਕਾਲ ਪੁਰਖ ਪ੍ਰਮਾਤਮਾ ਦੋ ਜਹਾਨ ਦਾ ਵਾਲੀ, ਉਸ ਦੀ ਮਰਜ਼ੀ ਤੋਂ ਬਿਨਾ ਪੱਤਾ ਵੀ ਨਹੀਂ ਹਿਲ ਸਕਦਾ, ਪਰ ਘੋੜਾ ਫਿਰ ਪੈਰ ਕਿਵੇਂ ਹਿਲਾ ਸਕਦਾ ਸੀ। ਜਦੋਂ ਮੇਰੇ ਪਾਤਸ਼ਾਹ ਲਿਖਣ ਲੱਗੇ ਨਾ ਤੇ ਕੋਲੋਂ ਦੀ ਭਾਈ ਗੁਰਦਾਸ ਜੀ ਬੋਲੇ, ਕਹਿਣ ਲੱਗੇ ਦਾਤਾ ਉਹ ਨਾ ਮੰਗੀਐ ਫਿਰ ਮੰਗਣ ਹੋਏ। ਗੁਰਬਾਣੀ ਦੇ ਅੰਦਰ ਜ਼ਿਕਰ ਆਉਂਦਾ, ਕਹਿੰਦਾ ਉਹੋ ਜਿਹੀ ਮੰਗ ਨਾ ਹੋਵੇ ਜਿਹਨੂੰ ਦੁਬਾਰਾ ਮੰਗਣਾ ਪਵੇ ਕਿ ਵੀ ਅੱਜ ਤੁਸੀਂ ਇੱਕ ਪੁੱਤਰ ਦੀ ਦਾਤ ਲਿਖਣ ਲੱਗੇ ਹੋ ਤੇ ਕੱਲ ਨੂੰ ਬੀਬੀ ਆ ਕੇ ਫਿਰ ਤੁਹਾਡੇ ਅੱਗੇ ਬੇਨਤੀ ਕਰੇ ਹੁਣ ਜੋੜੀ ਵੀ ਲਾ ਦਿਓ। ਕਹਿਣ ਲੱਗੇ ਇਹੋ ਜਿਹੀ ਕਿਰਪਾ ਕਰਿਓ ਜੇ ਤੇ ਦੁਬਾਰਾ ਮੰਗਣਾ ਨਾ ਪਵੇ। ਜਦੋਂ ਇੰਨੀ ਗੱਲ ਕਹੀ ਤਾਂ ਮੇਰੇ ਪਾਤਸ਼ਾਹ ਨੇ ਇੱਕ ਨਜ਼ਰ ਭਾਈ ਗੁਰਦਾਸ ਵੱਲ ਮਾਰੀ ਤੇ ਦੂਸਰੀ ਨਜ਼ਰ ਬੀਬੀ ਵੱਲ ਮਾਰ ਕੇ ਕਹਿਣ ਲੱਗੇ, ਬੀਬੀ ਦੱਸ ਕਿੰਨੇ ਪੁੱਤਰ ਚਾਹੀਦੇ ਨੇ ਤੈਨੂੰ? ਤੇ ਹੱਸ ਕੇ ਕਹਿਣ ਲੱਗੀ, ਪਾਤਸ਼ਾਹ ਤੁਹਾਨੂੰ ਪਤਾ ਵੀ ਮੇਰਾ ਜਿਹੜਾ ਖਲਾਰ ਬਹੁਤ ਜ਼ਿਆਦਾ ਹੈ। ਕਹਿੰਦੇ ਨੇ ਕਿੰਨੇ ਪੁੱਤਰ ਚਾਹੀਦੇ ਨੇ? ਕਹਿਣ ਲੱਗੀ ਘੱਟੋ ਘੱਟ 7। ਕਹਿੰਦੇ 7? ਕਹਿੰਦੀ ਹਾਂਜੀ। ਕਹਿੰਦੀ ਇੱਕ ਪੁੱਤਰ ਮੈਨੂੰ ਚਾਹੀਦਾ ਪਹਿਲਵਾਨ ਹੋਵੇ ਘਰ ਦੇ ਵਿੱਚ, ਤੇ ਦੂਸਰਾ ਪੁੱਤਰ ਕਹਿੰਦੇ ਫਿਰ ਦੂਸਰਾ ਕਦ ਵਾਸਤੇ ਚਾਹੀਦਾ? ਕਹਿੰਦੀ ਦੂਸਰਾ ਜਿਹੜਾ ਖੂਹ ਜੋਤਣ ਵਾਸਤੇ, ਪਹਿਲੇ ਜ਼ਮਾਨਿਆਂ ਦੇ ਵਿੱਚ ਖੂਹ ਜੋਤੇ ਜਾਂਦੇ ਸਨ, ਕਹਿੰਦੀ ਖੂਹ ਚਲਾਉਣ ਵਾਸਤੇ ਪਾਣੀ ਵਾਸਤੇ ਚਾਹੀਦਾ, ਜਿਹੜਾ ਰੋਜ਼ ਜੋਤਿਆ ਕਰੇ ਖੂਹ ਨੂੰ, ਖੇਤੀ ਨੂੰ ਪਾਣੀ ਲਾਇਆ ਕਰੇ। ਤੇ ਕਹਿਣ ਲੱਗੇ ਬਾਕੀ ਤੇ 2 ਕਹਿੰਦੀ ਮੈਨੂੰ ਹੱਲ ਚਲਾਉਣ ਵਾਸਤੇ ਚਾਹੀਦੇ ਨੇ। ਤੇ ਕਹਿੰਦੇ ਨੇ ਫਿਰ ਬਾਕੀ ਕਹਿੰਦੇ ਨੇ ਇੱਕ ਜਿਹੜਾ ਘਰ ਦੇ ਵਿੱਚ ਫੈਸਲੇ ਕਰਨ ਵਾਸਤੇ, ਸ਼ਰੀਕਾਂ ਦੇ ਵਿੱਚ ਲੜਾਈ ਹੋ ਜਾਂਦੀ ਹੈ, ਕੋਈ ਹੋਰ ਪਿੰਡ ਦੀ ਲੜਾਈ ਹੋ ਜਾਂਦੀ ਹੈ, ਇੱਕ ਫੈਸਲਿਆਂ ਕਰਨ ਵਾਸਤੇ ਵੀ ਚਾਹੀਦਾ ਹੈ। ਤੇ ਕਹਿੰਦੇ ਨੇ ਹੋਰ 6ਵਾਂ ਪੁੱਤਰ ਫਿਰ ਤੈਨੂੰ ਕਾਹਦੇ ਵਾਸਤੇ ਚਾਹੀਦਾ? ਕਹਿੰਦੀ ਮੱਝਾਂ ਚਰਾਉਣ ਵਾਸਤੇ ਵੀ ਇੱਕ ਪੁੱਤਰ ਚਾਹੀਦਾ ਹੈ, ਮੱਝਾਂ ਬਹੁਤ ਨੇ ਘਰ ਦੇ ਵਿੱਚ, ਇੱਕ ਪੁੱਤਰ ਮੱਝਾਂ ਚਰਾਉਣ ਵਾਸਤੇ ਚਾਹੀਦਾ ਹੈ। ਤੇ ਮੇਰੇ ਪਾਤਸ਼ਾਹ ਕਹਿਣ ਲੱਗੇ ਫਿਰ 7ਵਾਂ ਪੁੱਤਰ ਕਾਹਦੇ ਵਾਸਤੇ ਚਾਹੀਦਾ? ਕਹਿਣ ਲੱਗੀ ਸੱਚੇ ਪਾਤਸ਼ਾਹ ਤੁਹਾਡੀ ਵੀ ਤੇ ਸੇਵਾ ਕਰਵਾਉਣੀ ਹੈ ਨਾ ਕਿਸੇ ਕੋਲੋਂ, ਤੁਹਾਡੀ ਵੀ ਸੇਵਾ ਕਰਿਆ ਕਰੇਗਾ, ਸੰਗਤ ਦੀ ਵੀ ਸੇਵਾ ਕਰਿਆ ਕਰੇਗਾ, ਤੇ ਘਰ ਦੇ ਵਿੱਚ ਆਏ ਗਏ ਦੀ ਵੀ ਸੇਵਾ ਕਰਿਆ ਕਰੇਗਾ, ਤੇ ਨਾਲੇ ਤੁਹਾਡੀ ਸੇਵਾ ਕਰਕੇ ਤੁਹਾਡੇ ਨਾਲ ਘੁੰਮਿਆ ਫਿਰਿਆ ਵੀ ਕਰੇਗਾ। ਇਸ ਕਰਕੇ 7 ਪੁੱਤਰ ਲਿਖੋ। ਤੇ ਮੇਰੇ ਪਾਤਸ਼ਾਹ ਹੱਸ ਕੇ ਤੇ ਕਲਮ ਦਵਾਤ ਲੈ ਕੇ ਨਾ ਮੇਰੇ ਪਾਤਸ਼ਾਹ ਨੇ ਖੁਸ਼ੀ ਫਿਰ 7 ਪੁੱਤਰ ਲਿਖੇ। ਕਹਿਣ ਲੱਗੇ ਲੈ ਮਾਤਾ ਸਮਾਂ ਪੈਣ ਦੇ ਤੇਰੇ ਘਰ 7 ਪੁੱਤਰ ਹੋਣਗੇ, ਪਰ ਜਿਹੜਾ ਤੂੰ ਵਾਅਦਾ ਕੀਤਾ ਹੈ ਗੁਰੂ ਘਰ ਦੀ ਸੇਵਾ ਕਰਿਆ ਕਰੇਗਾ ਜਿਹੜਾ ਪੁੱਤਰ, ਤੇ ਉਹਨੂੰ ਜ਼ਰੂਰ ਗੁਰੂ ਘਰ ਦੀ ਸੇਵਾ ਵਾਲੇ ਬੰਨੇ ਲਾਈ। ਸਮਾਂ ਪਾਣ ਤੇ ਫਿਰ ਉਸ ਮਾਤਾ ਸੁਰਖਣੀ ਦੇ ਘਰ 7 ਪੁੱਤਰ ਹੋਏ, ਤੇ 7 ਹੀ ਉਸ ਅਕਾਲ ਪੁਰਖ ਪ੍ਰਮਾਤਮਾ ਦੇ ਨਾਲ ਜੁੜਨ ਵਾਲੇ ਸਨ, ਉਸ ਦੇ ਅਕਾਲ ਪੁਰਖ ਪ੍ਰਮਾਤਮਾ ਦੇ ਭਾਣੇ ਦੇ ਅੰਦਰ ਚੱਲਣ ਵਾਲੇ ਸਨ। ਪਰ ਮੇਰਾ ਪਾਤਸ਼ਾਹ ਕੀ ਕਹਿੰਦਾ ਹੈ? ਅਨੰਦਨ ਸਾਹਿਬ ਸੇਵੀ ਹੈ ਅੰਤ ਛੜਾਏ ਸੋਏ। ਕਹਿੰਦਾ ਉਹ ਅਕਾਲ ਪੁਰਖ ਪ੍ਰਮਾਤਮਾ ਜਿਹੜਾ ਪਿਛਲੇ ਲਿਖਿਆ ਹੋਇਆ ਲੇਖਾਂ ਨੂੰ ਵੀ ਮੇਟ ਦਿੰਦਾ ਹੈ, ਅਨੰਦਨ ਸਾਹਿਬ ਸੇਵੀਏ। ਅਨੰਦਨ ਕਹਿੰਦੇ ਨੇ ਰਾਤ ਦਿਨ ਇਹੋ ਜਿਹੇ ਉਸ ਅਕਾਲ ਪੁਰਖ ਪ੍ਰਮਾਤਮਾ ਦੇ ਸੇਵਾ ਵਿੱਚ ਜੁੜੇ ਰਹੀਏ, ਉਸ ਦੇ ਨਾਮ ਸਿਮਰਨ ਭਜਨ ਬੰਦਗੀ ਦੇ ਵਿੱਚ ਜੁੜੇ ਰਹੀਏ। ਅੰਤ ਛੜਾਏ ਸੋਏ, ਜਿਨੇ ਉਸ ਅਕਾਲ ਪੁਰਖ ਪ੍ਰਮਾਤਮਾ ਦਾ ਜਦੋਂ ਦਿੱਤੇ ਹੋਏ ਸਵਾਸਾਂ ਦੀ ਜਿਹੜੀ ਪੂੰਜੀ ਹੈ ਜਦੋਂ ਸਾਡੀ ਪੂਰੀ ਹੋਣੀ ਹੈ ਨਾ,
ਤੇ ਫਿਰ ਜੰਮਾਂ ਦੇ ਕੋਲੋਂ ਆ ਕੇ ਅੰਤ ਛਡਾਏ ਸੋਏ। ਉਸ ਅਕਾਲ ਪੁਰਖ ਪ੍ਰਮਾਤਮਾ ਨੇ ਅੰਤ ਵੇਲੇ ਫਿਰ ਜੰਮਾਂ ਦੇ ਕੋਲੋਂ ਆ ਕੇ ਸਾਨੂੰ ਛੁਡਾ ਲੈਣਾ ਹੈ। ਇਹੋ ਜਿਹੀ ਉਸ ਅਕਾਲ ਪੁਰਖ ਪ੍ਰਮਾਤਮਾ ਦੇ ਨਾਮ ਨੂੰ ਸਿਮਰਨ ਕਰੀਏ। ਸੁਣ ਸੁਣ ਮੇਰੀ ਕਾਮਣੀ ਪਾਰ ਉਤਾਰਾ ਹੋਏ। हे ਜੀਵ ਇਸਤਰੀ, ਮੇਰੀ ਕਾਮਣੀ, ਕਾਮਣੀ ਕਹਿੰਦੇ ਨੇ ਇਸਤਰੀ ਨੂੰ, हे ਮੇਰੀ ਜੀਵ ਇਸਤਰੀ, ਤੂੰ ਉਹੋ ਜਿਹੇ ਅਕਾਲ ਪੁਰਖ ਪ੍ਰਮਾਤਮਾ ਦੇ ਗੁਣਾਂ ਨੂੰ ਸੁਣਿਆ ਕਰ। ਸੁਣ ਸੁਣ ਮੇਰੀ ਕਾਮਣੀ, ਜੀਵ ਇਸਤਰੀ, ਉਹੋ ਜਿਹੇ ਅਕਾਲ ਪੁਰਖ ਪ੍ਰਮਾਤਮਾ ਦੇ ਗੁਣਾਂ ਨੂੰ ਸੁਣ ਸੁਣ ਕੇ ਤੂੰ ਉਸ ਦਾ ਨਾਮ ਭਜਨ ਬੰਦਗੀ ਕਰਿਆ ਕਰ, ਜਿਹਦੇ ਨਾਲ ਸੰਸਾਰ ਸਮੁੰਦਰ ਤੋਂ ਭਾਵ ਕੇ ਇਸ ਭਵ ਸਾਗਰ ਤੋਂ ਪਾਰ ਹੋ ਜਾਣਾ ਹੈ, ਪਾਰ ਉਤਾਰਾ ਹੋ ਜਾਣਾ ਹੈ। ਦਿਆਲ ਤੇਰੇ ਨਾਮ ਤਰਾ, ਉਹ ਅਕਾਲ ਪੁਰਖ ਪ੍ਰਮਾਤਮਾ ਜਿਹੜਾ ਸਾਰਿਆਂ ਤੇ ਦਇਆ ਕਰਨ ਵਾਲਾ ਹੈ, ਜੋ ਦਇਆ ਦਾ ਸਾਗਰ ਹੈ, ਕਿਰਪਾ ਦਾ ਭੰਡਾਰ ਹੈ। ਇਹੋ ਜੀ ਉਸ ਅਕਾਲ ਪੁਰਖ ਪ੍ਰਮਾਤਮਾ ਦਾ ਤੂੰ ਨਾਮ ਸੁਣਿਆ ਕਰ, ਉਸ ਦੇ ਗੁਣ ਗਾਇਆ ਕਰ, ਜਿਸ ਦੇ ਨਾਲ ਤੇਰਾ ਪਾਰ ਉਤਾਰਾ ਹੋ ਜਾਣਾ ਹੈ। ਸਤ ਕੁਰਬਾਨ ਜਾਓ, ਉਹ ਅਕਾਲ ਪੁਰਖ ਪ੍ਰਮਾਤਮਾ ਜਿਹੜਾ ਸਾਰਿਆਂ ਨੂੰ ਦਾਤਾਂ ਦੇਣ ਵਾਲਾ ਹੈ, ਕੱਢ ਕੱਢ ਕੇ ਪਟ ਪਟ ਕੀ ਜਾਣਨਹਾਰ, ਜਿਹੜਾ ਸਾਰਿਆਂ ਦੀਆਂ ਦਿਲਾਂ ਦੀਆਂ ਜਾਣਨ ਵਾਲਾ ਹੈ, ਉਹੋ ਜਿਹਾ ਅਕਾਲ ਪੁਰਖ ਪ੍ਰਮਾਤਮਾ ਤੂੰ ਮੈਂ ਕੁਰਬਾਨ ਕਰਦਾ। ਰਹਾਉ ਸਰਬੰ ਸਾਚਾ ਏਕ ਹੈ, ਦੂਜਾ ਨਹੀਂ ਕੋਏ। ਜੇ ਕੋਈ ਸਾਨੂੰ ਆ ਕੇ ਕਹਿ ਵੀ ਦੇਵੇ ਨਾ ਕਿ ਵੀ ਫਲਾਣੀ ਜਗ੍ਹਾ ਦੇ ਉੱਤੇ ਫਲਾਣਾ ਬਾਬਾ ਨਿਕਲਿਆ ਹੈ, ਦੇਹਧਾਰੀ ਗੁਰੂ ਨਿਕਲਿਆ ਹੈ, ਤੇ ਉੱਥੇ ਜਾਓ, ਸਾਰਿਆਂ ਦੀਆਂ ਸਦਰਾਂ ਪੂਰੀਆਂ ਕਰਦਾ ਹੈ, ਪਰ ਉਹਨਾਂ ਨੂੰ ਕਿਹਾ ਕਰੋ, ਮਹਾਰਾਜ ਕਹਿੰਦੇ ਨੇ ਸਰਬੰ ਸਾਚਾ ਏਕ ਹੈ, ਦੂਜਾ ਨਹੀਂ ਕੋਏ। ਉਹ ਅਕਾਲ ਪੁਰਖ ਪ੍ਰਮਾਤਮਾ ਜਿਸ ਨੇ ਸਾਰੀ ਸ੍ਰਿਸ਼ਟੀ ਰਚੀ ਹੈ, ਉਹ ਕੇਵਲ ਤੇ ਕੇਵਲ ਇੱਕ ਹੈ, ਉਸ ਤੋਂ ਦੂਜਾ ਹੋਰ ਕੋਈ ਨਹੀਂ, ਜਿਹੜਾ ਦਾਤਾ ਦੇਣ ਵਾਲੇ ਨੇ, ਬਾਕੀ ਤੇ ਸਾਰੇ ਉਸ ਦੇ ਭਿਖਾਰੀ ਨੇ। ਉਸ ਅਕਾਲ ਪੁਰਖ ਪ੍ਰਮਾਤਮਾ ਦੇ ਸਾਰੀਆਂ ਉਸ ਕੋਲੋਂ ਦਾਤਾਂ ਲੈ ਕੇ ਤੇ ਭਾਈ ਫਿਰ ਅੱਗੇ ਵੰਡਣ ਵਾਲੇ ਨੇ। ਦੇਣ ਵਾਲਾ ਤੇ ਸਿਰਫ ਉਹ ਅਕਾਲ ਪੁਰਖ ਪ੍ਰਮਾਤਮਾ ਹੈ। ਤੇ ਜਦੋਂ ਫਿਰ ਆਪਾਂ ਦਾਤ ਲੈਣੀ ਹੈ ਨਾ, ਤੇ ਫਿਰ ਆਪਾਂ ਵਿਚੋਲਿਆਂ ਕੋਲੋਂ ਕਿਉਂ ਲਈਏ, ਜਿਹੜੇ ਉਸ ਕੋਲੋਂ ਮੰਗ ਕੇ ਦਿੰਦੇ ਨੇ, ਸਿੱਧਾ ਤੇ ਸਿੱਧਾ ਫਿਰ ਆਪਾਂ ਉਸ ਅਕਾਲ ਪੁਰਖ ਪ੍ਰਮਾਤਮਾ ਕੋਲੋਂ ਦਾਤ ਮੰਗਿਆ ਕਰੀਏ। ਮਹਾਰਾਜ ਕਹਿੰਦੇ ਨੇ ਸਰਬੰ ਸਾਚਾ ਏਕ ਹੈ, ਜਿਹੜਾ ਉਹ ਅਕਾਲ ਪੁਰਖ ਪ੍ਰਮਾਤਮਾ ਸੱਚਾ ਵਾਹਿਗੁਰੂ ਕੇਵਲ ਤੇ ਕੇਵਲ ਇੱਕ ਹੈ, ਦੂਜਾ ਨਹੀਂ ਕੋਈ, ਹੋਰ ਕੋਈ ਉਹਦੇ ਬਰਾਬਰ ਦੀ ਹਸਤੀ ਦਾ ਕੋਈ ਦੂਸਰਾ ਨਹੀਂ ਹੈ। ਤਾਂ ਕੀ ਸੇਵਾ ਸੋ ਕਰੇ, ਜਾ ਕੋ ਨਦਰ ਕਰੇ। ਇਹੋ ਜਿਹੇ ਅਕਾਲ ਪੁਰਖ ਪ੍ਰਮਾਤਮਾ ਦੀ ਸੇਵਾ ਸਿਮਰਨ ਉਹੀ ਕਰ ਸਕਦੇ ਨੇ ਜਿਨ੍ਹਾਂ ਦੇ ਉੱਤੇ ਉਸ ਅਕਾਲ ਪੁਰਖ ਪ੍ਰਮਾਤਮਾ ਦੀ ਕਿਰਪਾ ਹੋ ਜਾਂਦੀ ਹੈ। ਭਾਈ ਭਾਵੇਂ ਕੋਈ ਮਹਾਰਾਜ ਕਹਿੰਦੇ ਨੇ ਜਿੰਨੀਆਂ ਮਰਜ਼ੀਆਂ ਕੋਈ ਕੋਸ਼ਿਸ਼ ਕਰੀ ਜਾਏ, ਆਪਣਾ ਲਾਇਆ ਪਰਮ ਨਾ ਲੱਗੇ, ਜੇ ਲੋਚਾ ਸਭ ਕੋਈ। ਕਹਿੰਦੇ ਨੇ ਇਹੋ ਪ੍ਰੇਮ ਇਹੋ ਪਿਆਲਾ ਬਿਰਮ ਕਾ, ਜੈ ਭਾਵੈ ਤੈ ਦੇ। ਭਾਵੇਂ ਕਹਿੰਦੇ ਜਿੰਨੀ ਮਰਜ਼ੀ ਆਪਾਂ ਆਪਣੇ ਮਨ ਦੇ ਵਿੱਚ ਲਾਲਸਾ ਰੱਖੀਏ ਉਸ ਅਕਾਲ ਪੁਰਖ ਪ੍ਰਮਾਤਮਾ ਨੂੰ ਪਾਣ ਦੀ, ਪਰ ਕਹਿੰਦੇ ਨੇ ਇਹ ਜਿਹੜਾ ਪਿਆਰ ਵਾਲਾ ਪਿਆਲਾ ਨਾ, ਉਹਨਾਂ ਨੂੰ ਮਿਲਦਾ ਜੈ ਭਾਵੈ ਤੈ ਦੇ, ਜਿਨ੍ਹਾਂ ਦੇ ਉੱਤੇ ਉਸ ਅਕਾਲ ਪੁਰਖ ਪ੍ਰਮਾਤਮਾ ਦੀ ਕਿਰਪਾ ਹੋ ਜਾਂਦੀ ਹੈ, ਦਇਆ ਦੇ ਸਾਗਰ ਦੀ। ਉਹਨਾਂ ਨੂੰ ਇਹ ਜਿਹੜਾ ਪਿਆਰ ਵਾਲਾ ਪਿਆਲਾ ਭਾਈ ਮਿਲਦਾ ਹੈ। ਤਾਂ ਕਿ ਸੇਵਾ ਸੋ ਕਰੇ, ਜਾ ਕੋ ਨਦਰ ਕਰੇ। ਉਹੀ ਉਸ ਅਕਾਲ ਪੁਰਖ ਪ੍ਰਮਾਤਮਾ ਦੀ ਸੇਵਾ ਸਿਮਰਨ ਭਜਨ ਬੰਦਗੀ ਕਰ ਸਕਦੇ ਨੇ ਜਿਨ੍ਹਾਂ ਦੇ ਉੱਤੇ ਉਸ ਅਕਾਲ ਪੁਰਖ ਪ੍ਰਮਾਤਮਾ ਦੀ ਕਿਰਪਾ ਹੋ ਜਾਂਦੀ ਹੈ। ਜੇ ਕੋਈ ਕਹੇ ਨਾ ਕਿ ਵੀ ਮੈਂ ਧਨ ਦੌਲਤ ਦੇ ਕੇ ਤੇ ਮੈਂ ਹੋਰ ਕਈ ਪ੍ਰਕਾਰ ਦੁਨੀਆ ਦੀਆਂ ਚੀਜ਼ਾਂ ਦੇ ਕੇ ਉਸ ਅਕਾਲ ਪੁਰਖ ਪ੍ਰਮਾਤਮਾ ਦੇ ਨਾਮ ਨੂੰ ਲੈ ਲਵਾਂ, ਤੇ ਕੋਈ ਲੈ ਨਹੀਂ ਸਕਦਾ। ਕਿਉਂਕਿ ਕਬੀਰ ਸਾਹਿਬ ਜੀ ਦਾ ਫਰਮਾਨ ਹੈ, ਕੰਚਨ ਸਿਉ ਪਾਈਐ ਨਹੀਂ ਤੋਲ, ਮਨ ਦੇ ਰਾਮ ਲਿਆ ਹੈ। ਕਿਸੇ ਨੇ ਕਿਹਾ ਸੀ ਨਾ ਰਾਜੇ ਨੇ ਵੀ ਮੈਂ ਤੈਨੂੰ ਇੰਨਾ ਧਨ ਦੌਲਤ ਦੇਣਾ, ਜਵਾਹਰਾਤ ਦੇਣਾ, ਹੀਰੇ ਦੇਣਾ, ਪਰ ਤੂੰ ਮੈਨੂੰ ਉਸ ਅਕਾਲ ਪੁਰਖ ਪ੍ਰਮਾਤਮਾ ਦਾ ਨਾਮ ਦੇ ਦੇ। ਤਾਂ ਕਬੀਰ ਸਾਹਿਬ ਨੇ ਫਿਰ ਕਿਹਾ ਸੀ, ਕਹਿੰਦੇ ਹੈ ਕੰਚਨ ਸਿਉ ਪਾਈਐ ਨਾ ਤੋਲ। ਕਹਿੰਦੇ ਨੇ ਸੋਨੇ ਦੇ ਨਾਲ ਉਸ ਅਕਾਲ ਪੁਰਖ ਪ੍ਰਮਾਤਮਾ ਦੇ ਨਾਮ ਨੂੰ ਤੋਲਿਆ ਨਹੀਂ ਜਾ ਸਕਦਾ। ਇਹ ਤੇ ਮਨ ਦੇ ਰਾਮ ਲਿਆ ਹੈ ਮੁੱਲ, ਇਹ ਤੇ ਮਨ ਦੇ ਕੇ ਲਿਆ ਜਾਂਦਾ ਹੈ। ਸੁਖਮਨੀ ਸਾਹਿਬ ਜੀ ਦੇ ਅੰਦਰ ਵੀ ਮੇਰੇ ਪਾਤਸ਼ਾਹ ਪ੍ਰਮਾਣ ਕਰਦੇ ਨੇ, ਮਨ ਵੇਚੈ ਸਤਿਗੁਰ ਕੈ ਪਾਸ, ਤਿਸ ਸੇਵਕ ਕੀ ਕਾਰਜ ਰਾਸ। ਜਦੋਂ ਆਪਣੇ ਮਨ ਨੂੰ ਉਸ ਅਕਾਲ ਪੁਰਖ ਪ੍ਰਮਾਤਮਾ ਦੇ ਅੱਗੇ ਆਪਾਂ ਨਿਸ਼ਾਵਰ ਕਰ ਦਿੰਦੇ ਆ,
ਭੇਟ ਕਰ ਦਿੰਦੇ ਆ ਤਾਂ ਫਿਰ ਉਹ ਅਕਾਲ ਪੁਰਖ ਪ੍ਰਮਾਤਮਾ ਸਾਡੇ ਫਿਰ ਸਾਰੇ ਕਾਰਜ ਜਿਹੜੇ ਉਹ ਆਰਾਸ ਕਰ ਦਿੰਦਾ ਹੈ। ਪਰ ਸੋਨੇ ਦੇ ਨਾਲ ਕਹਿੰਦੇ ਨੇ ਕੰਕਰਾਂ ਦੇ ਨਾਲ ਜਿਹੜੇ ਹੀਰੇ ਨੇ ਜਵਾਹਰਾਤ ਨੇ ਨਾ, ਇਹਨਾਂ ਦੇ ਨਾਲ ਬਦਲੇ ਹੀਰੇ ਜਵਾਹਰਾਤ ਮਿਲ ਜਾਂਦੇ ਨੇ। ਸੋਨੇ ਦੇ ਨਾਲ ਕਈ ਕੀਮਤੀ ਚੀਜ਼ਾਂ ਖਰੀਦੀਆਂ ਜਾ ਸਕਦੀਆਂ ਨੇ। ਜਗ ਕਰਨ ਦੇ ਨਾਲ ਇੰਦਰਪੁਰੀ ਦੀ ਜਿਹੜੀ ਪ੍ਰਾਪਤੀ ਇਹ ਹੋ ਜਾਂਦੀ ਹੈ। ਜੋਗ ਦੇ ਨਾਲ ਬ੍ਰਹਮਪੁਰੀ ਦੀ ਜਿਹੜੀ ਪ੍ਰਾਪਤੀ ਹੋ ਜਾਂਦੀ ਹੈ। ਪਰ ਇਹ ਵੀ ਇੱਕ ਸੌਦਾ ਹੋ ਗਿਆ ਨਾ, ਆਪਾਂ ਜਗ ਕੀਤਾ ਤੇ ਇੰਦਰਪੁਰੀ ਸਾਨੂੰ ਮਿਲ ਗਿਆ, ਜੋਗ ਕੀਤਾ ਤੇ ਫਿਰ ਸਾਨੂੰ ਬ੍ਰਹਮਪੁਰੀ ਮਿਲ ਗਈ। ਪਰ ਮਹਾਰਾਜ ਕਹਿੰਦੇ ਨੇ ਉਹ ਅਕਾਲ ਪੁਰਖ ਪ੍ਰਮਾਤਮਾ ਦਾ ਇਹੋ ਜਿਹਾ ਨਾਮ ਹੈ ਜਿਹੜਾ ਮਨ ਦੇ ਕੇ ਲਿਆ ਜਾਂਦਾ ਹੈ, ਪਰ ਕੋਈ ਧਨ ਦੌਲਤ ਦੁਨੀਆ ਦੀ ਕੋਈ ਵੀ ਚੀਜ਼ ਦੇ ਕੇ ਉਸ ਨੂੰ ਖਰੀਦਿਆ ਨਹੀਂ ਜਾ ਸਕਦਾ। ਸ਼ੇਰਨੀ ਦਾ ਦੁੱਧ ਹੁੰਦਾ ਨਾ, ਕਹਿੰਦੇ ਨੇ ਉਸ ਨੂੰ ਪਿੱਤਲ ਦੇ ਭਾਂਡੇ ਦੇ ਵਿੱਚ ਤੇ ਤਾਂਬੇ ਦੇ ਭਾਂਡੇ ਦੇ ਵਿੱਚ ਜੇ ਪਾ ਦਿੱਤਾ ਜਾਵੇ ਨਾ, ਉਸ ਦੇ ਵਿੱਚ ਇੰਨੀ ਤਾਕਤ ਹੁੰਦੀ ਹੈ ਕਿ ਭਾਂਡੇ ਪਿੱਤਲ ਦੇ ਤੇ ਤਾਂਬੇ ਦੇ ਭਾਂਡੇ ਦੇ ਵਿੱਚ ਮੂਰੀ ਕੱਢ ਕੇ ਉਹ ਨਿਕਲ ਜਾਂਦਾ ਹੈ। ਗਾਦੀ ਕਾ ਕੋ ਸਤਨਾਮ ਸ੍ਰੀ ਵਾਹਿਗੁਰੂ। ਸ਼ੇਰਨੀ ਦੇ ਦੁੱਧ ਦੇ ਵਿੱਚ ਇੰਨੀ ਤਾਕਤ। ਐਵੇਂ ਮੇਰੇ ਪਾਤਸ਼ਾਹ ਕਹਿੰਦੇ ਨੇ ਉਸ ਅਕਾਲ ਪੁਰਖ ਪ੍ਰਮਾਤਮਾ ਦਾ ਜਿਹੜਾ ਨਾਮ ਹੈ ਨਾ, ਉਹ ਸ਼ੇਰਨੀ ਦੇ ਦੁੱਧ ਤੋਂ ਵੀ ਜ਼ਿਆਦਾ ਤਾਕਤ ਵਾਲਾ ਹੈ। ਜਿਵੇਂ ਮਾੜੇ ਭਾਂਡੇ ਪਿੱਤਲ ਦੇ ਤੇ ਤਾਂਬੇ ਦੇ ਭਾਂਡੇ ਦੇ ਵਿੱਚ ਸ਼ੇਰਨੀ ਦਾ ਦੁੱਧ ਨਹੀਂ ਨਾ ਟਿਕਦਾ, ਐਵੇਂ ਕਹਿੰਦੇ ਨੇ ਪਿੱਤਲ ਦੇ ਤੇ ਤਾਂਬੇ ਦੇ ਜਿਨ੍ਹਾਂ ਦੇ ਹਿਰਦੇ ਨੇ ਨਾ ਮਨਮੁਖਾਂ ਦੇ, ਉਹਨਾਂ ਦੇ ਹਿਰਦੇ ਦੇ ਵਿੱਚ ਉਸ ਅਕਾਲ ਪੁਰਖ ਪ੍ਰਮਾਤਮਾ ਦਾ ਨਾਮ ਟਿਕਦਾ ਹੀ ਨਹੀਂ। ਤੇ ਕੀ ਬਣਾਉਣਾ ਪਏਗਾ? ਜਿਵੇਂ ਉਹ ਸੋਨੇ ਦਾ ਬਰਤਨ ਦੇ ਵਿੱਚ ਉਹ ਸ਼ੇਰਨੀ ਦਾ ਦੁੱਧ ਜਿਹੜਾ ਟਿਕਦਾ ਹੈ ਨਾ, ਇਸੇ ਤਰ੍ਹਾਂ ਸਾਨੂੰ ਵੀ ਉਸ ਅਕਾਲ ਪੁਰਖ ਪ੍ਰਮਾਤਮਾ ਦਾ ਜੇ ਨਾਮ ਨੂੰ ਸਿਮਰਨ ਨੂੰ ਆਪਣੇ ਹਿਰਦੇ ਵਿੱਚ ਰੱਖਣਾ ਤੇ ਆਪਣੇ ਹਿਰਦੇ ਰੂਪੀ ਘਰ ਨੂੰ ਸੋਨੇ ਦੇ ਬਰਤਨ ਵਾਂਗੂ ਬਣਾਉਣਾ ਪਏਗਾ ਭਾਈ। ਫਿਰ ਹੀ ਉਸ ਅਕਾਲ ਪੁਰਖ ਪ੍ਰਮਾਤਮਾ ਦਾ ਜਿਹੜਾ ਨਾਮ ਹੈ ਸਾਡੇ ਹਿਰਦੇ ਵਿੱਚ ਟਿਕ ਸਕਦਾ ਹੈ। ਤੇ ਸਭ ਤੋਂ ਪਹਿਲਾਂ ਆਪਾਂ ਨੂੰ ਮਨ ਜਿਹੜਾ ਉਸ ਅਕਾਲ ਪੁਰਖ ਪ੍ਰਮਾਤਮਾ ਨੂੰ ਨਿਸ਼ਾਵਰ ਕਰਨਾ ਪਏਗਾ। ਜਦੋਂ ਉਸ ਦੀ ਭੇਟ ਮਨ ਨੂੰ ਕਰਾਂਗੇ ਤੇ ਫਿਰ ਵੀ ਅੰਦਰੋਂ ਜਿਹੜੀਆਂ ਨਿਕਲੀਆਂ ਹੋਈਆਂ ਬੁਰਾਈਆਂ ਨੇ, ਜਦੋਂ ਸਾਡੇ ਅੰਦਰੋਂ ਆਪਾਂ ਬਾਹਰ ਕੱਢਾਂਗੇ ਤੇ ਫਿਰ ਹੀ ਉਸ ਦਾ ਨਾਮ ਜਿਹੜਾ ਅਕਾਲ ਪੁਰਖ ਪ੍ਰਮਾਤਮਾ ਦਾ ਸਾਡੇ ਹਿਰਦੇ ਵਿੱਚ ਟਿਕ ਸਕਦਾ ਹੈ। ਕਿਉਂਕਿ ਜੇ ਮਨ ਦੇ ਵਿੱਚ ਹੰਕਾਰ ਹੋਮਾ ਆ ਗਈ ਤੇ ਫਿਰ ਨਾਮ ਜਿਹੜਾ ਨਹੀਂ ਟਿਕਦਾ। ਕਿਉਂਕਿ ਗੁਰਬਾਣੀ ਦੇ ਅੰਦਰ ਫਰਮਾਨ ਹੈ ਨਾ, ਹੋਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਵਸੇ ਇਕਠਾਏ। ਜਿੱਥੇ ਹੋਮਾ ਆ ਗਈ, ਹੰਕਾਰ ਆ ਗਿਆ, ਉੱਥੇ ਨਾਮ ਕਦੀ ਟਿਕ ਸਕਦਾ ਹੀ ਨਹੀਂ। ਤੇ ਨਾਮ ਤਾਂ ਹੀ ਟਿਕਦਾ ਹੈ ਜੇ ਅੰਦਰੋਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੀਆਂ ਬੁਰਾਈਆਂ ਨੇ, ਇਹਨਾਂ ਨੂੰ ਪਹਿਲਾਂ ਕੱਢਣ ਦੀ ਕੋਸ਼ਿਸ਼ ਕਰਾਂਗੇ। ਤੇ ਜਦੋਂ ਕੱਢਣ ਦੀ ਕੋਸ਼ਿਸ਼ ਕਰਾਂਗੇ ਫਿਰ ਉਹ ਅਕਾਲ ਪੁਰਖ ਪ੍ਰਮਾਤਮਾ ਆਪ ਹੀ ਸਾਡੇ ਅੰਦਰੋਂ ਬੁਰਾਈਆਂ ਕੱਢ ਦਿੰਦਾ ਹੈ। ਪਹਿਲਾਂ ਕੋਸ਼ਿਸ਼ ਸਾਨੂੰ ਕਰਨੀ ਪਏਗੀ, ਕਿਉਂਕਿ ਗੁਰਬਾਣੀ ਦਾ ਫਰਮਾਨ ਹੈ, ਚਰਨ ਸਰਣ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗਿਆ ਮਿਲੇ। ਜੇ ਆਪਣੇ ਚਰਨਾਂ ਦੇ ਨਾਲ, ਆਪਣੇ ਕਦਮਾਂ ਦੇ ਨਾਲ ਗੁਰੂ ਵੱਲ ਆਪਾਂ ਇੱਕ ਕਦਮ ਕਰਾਂਗੇ ਤੇ ਫਿਰ ਉਹ ਗੁਰੂ ਸਾਨੂੰ ਕਰੋੜ ਕਦਮ ਅੱਗੇ ਹੋ ਕੇ ਲੈਂਦਾ ਹੈ। ਫਿਰ ਹੀ ਉਹ ਅਕਾਲ ਪੁਰਖ ਪ੍ਰਮਾਤਮਾ ਸਾਡੇ ਉੱਤੇ ਕਿਰਪਾ ਕਰਦਾ ਹੈ ਜੇ ਆਪਾਂ ਉਹਦੇ ਵੱਲ ਨੂੰ ਇੱਕ ਕਦਮ ਕਰਨੇ ਆ। ਤੇ ਇਸੇ ਤਰ੍ਹਾਂ ਜੇ ਆਪਣਾ ਉਸ ਅਕਾਲ ਪੁਰਖ ਪ੍ਰਮਾਤਮਾ ਦਾ ਨਾਮ ਆਪਣੇ ਹਿਰਦੇ ਵਿੱਚ ਵਸਾਣਾ ਹੈ ਤੇ ਪਹਿਲਾਂ ਜਿਹੜਾ ਨਾਮ ਹੈ ਇਹ ਬੇਨਤੀ ਕਰਨੀ ਪਏਗੀ, ਸੱਚੇ ਪਾਤਸ਼ਾਹ ਤਨ ਮਨ ਧਨ ਸਭ ਸੋਭ ਗੁਰ ਕੋ ਹੁਕਮ ਮੰਨਿਆ ਪਾਈਏ। ਇਹ ਜਿਹੜਾ ਤਨ ਮਨ ਹੈ ਸੱਚੇ ਪਾਤਸ਼ਾਹ ਜੀ, ਮੈਂ ਤੇਰੇ ਕੋਲ ਅਰਪਣ ਕਰਨਾ ਚਾਹੁੰਦਾ ਹਾਂ। ਕਿਰਪਾ ਕਰਕੇ ਤੂੰ ਆਪ ਹੀ ਕਿਰਪਾ ਕਰ ਤੇ ਇਹੋ ਜੀ ਮੈਨੂੰ ਜਿਹੜੀ ਸਮਤ ਬਖਸ਼ਿਸ਼ ਕਰ। ਫਿਰ ਉਹ ਅਕਾਲ ਪੁਰਖ ਪ੍ਰਮਾਤਮਾ ਭਾਈ ਆਪਣੇ ਸੇਵਕਾਂ ਦੀਆਂ ਅਰਦਾਸ ਬੇਨਤੀਆਂ ਸੁਣਦਾ ਹੈ। ਮਹਾਰਾਜ ਕਹਿੰਦੇ ਨੇ, ਤੁਧ ਬਾਜ ਪਿਆਰੇ ਕੇਵਰਾ ਸਾ ਵਡਿਆਈ ਦੇ ਜਿਤ ਨਾਮ ਤੇਰੇ ਲਾਗ ਰਹਾ। ਕਹਿੰਦੇ ਨੇ ਸੱਚੇ ਪਾਤਸ਼ਾਹ ਤੇਰੇ ਤੋਂ, हे ਪਿਆਰੇ, ਤੇਰੇ ਤੋਂ ਬਾਅਦ ਮੈਂ ਹੋਰ ਕਿਸ ਨੂੰ ਆਰਾਧਾਂ? ਤੁਧ ਬਾਜ ਪਿਆਰੇ ਕਿਉਂ ਰਹਾ? ਕਿਹਦੇ ਕੋਲ ਜਾ ਕੇ ਮੈਂ ਪੁਕਾਰ ਕਰਾਂ? ਸਾ ਵਡਿਆਈ ਦੇ ਜਿਤ ਨਾਮ ਤੇਰੇ ਲਾਗ ਰਹਾ। ਇਹੋ ਜੀ ਵਡਿਆਈ ਮੈਨੂੰ ਬਖਸ਼ਿਸ਼ ਕਰ, ਇਹੋ ਜੀ ਕਿਰਪਾ ਕਰ, ਮੈਨੂੰ ਸਮਤ ਬਖਸ਼ਿਸ਼ ਕਰ ਜਿਸ ਨੂੰ ਮੈਂ ਸੁਣ ਕੇ ਤੇਰੇ ਨਾਮ ਦੇ ਨਾਲ ਜੁੜ ਜਾਵਾਂ। ਕਈ ਵਾਰੀ ਆਪਾਂ ਘਰਾਂ ਦੇ ਵਿੱਚ ਕਹਿ ਦਿੰਦੇ ਆ ਨਾ, ਜੇ ਕੋਈ ਕਿਸੇ ਨੂੰ ਕੋਈ ਬਿਮਾਰੀ ਨਿਕਲ ਜਾਵੇ ਤੇ ਆਪਾਂ ਕਈ ਵਾਰੀ ਕਹਿ ਦਿੰਦੇ ਆ ਵੀ ਸੀਤਲਾ ਨਿਕਲ ਗਈ, ਮਾਤਾ ਨਿਕਲ ਗਈ। ਭਾਈ ਇਹ ਮਨ ਮਤ ਹੈ। ਗੁਰੂ ਘਰ ਨਾਲ ਜਿਹੜੇ ਜੁੜੇ ਨੇ ਉਹ ਇਹ ਮਨ ਮਤ ਦੇ ਵਿੱਚ ਨਾ ਪਿਆ ਕਰੋ। ਕੋਈ ਮਾਤਾ ਨਹੀਂ ਨਿਕਲਦੀ ਸਰੀਰ ਦੇ ਵਿੱਚੋਂ।
ਚੇਤਕ ਦੀ ਇੱਕ ਬਿਮਾਰੀ ਹੁੰਦੀ ਹੈ ਜਿਸ ਨੂੰ ਸੀਤਲਾ ਕਹਿੰਦੇ ਨੇ, ਭੈਰੋ ਭੂਤ ਸੀਤਲਾ ਧਾਗਾ ਗੁਰਬਾਣੀ ਦੇ ਅਨੁਸਾਰ। ਕਿਉਂਕਿ ਗੁਰੂ ਗ੍ਰੰਥ ਸਾਹਿਬ ਜਿਹੜਾ ਉਹ ਸਾਰੇ ਵਹਿਮਾਂ ਭਰਮਾਂ ਤੋਂ ਸਾਨੂੰ ਦੂਰ ਕਰਦਾ ਹੈ, ਕੋਈ ਵਹਿਮ ਭਰਮ ਨਹੀਂ ਹੈਗੇ। ਇਹ ਚੇਤਕ ਦੀ ਬਿਮਾਰੀ, ਸੀਤਲਾ ਦੀ ਬਿਮਾਰੀ ਜਿਹੜੀ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੂੰ ਵੀ ਨਿਕਲੀ ਸੀ, ਤਾਂ ਪਰ ਉਹਨਾਂ ਨੇ ਇਹ ਨਹੀਂ ਕਿਹਾ ਸੀ ਵੀ ਇਹ ਮਾਤਾ ਨਿਕਲ ਗਈ, ਨਹੀਂ, ਇਹ ਜਿਹੜੇ ਵਹਿਮ ਨੇ, ਵਹਿਮਾਂ ਭਰਮਾਂ ਤੋਂ ਦੂਰ ਰਿਹਾ ਕਰੋ, ਉਸ ਅਕਾਲ ਪੁਰਖ ਪ੍ਰਮਾਤਮਾ ਦਾ ਆਰਾਧਨਾ ਕਰਿਆ ਕਰੋ, ਭਜਨ ਬੰਦਗੀ ਕਰਿਆ ਕਰੋ। ਕਿਉਂਕਿ ਮਹਾਰਾਜ ਗੁਰਬਾਣੀ ਦੇ ਜੇ ਸਾਨੂੰ ਭਰੋਸਾ ਹੀ ਨਹੀਂ ਗੁਰਬਾਣੀ ਦੇ ਉੱਤੇ, ਤੇ ਫਿਰ ਜਿਹੜੀਆਂ ਚੀਜ਼ਾਂ ਸਾਡੇ ਲਾਗੇ ਆਉਂਦੀਆਂ ਨੇ, ਜੇ ਸਾਨੂੰ ਗੁਰਬਾਣੀ ਤੇ ਭਰੋਸਾ ਤੇ ਚੀਜ਼ਾਂ ਸਾਡੇ ਲਾਗੇ ਆਉਂਦੀਆਂ, ਕਿਉਂਕਿ ਗੁਰਬਾਣੀ ਦਾ ਫਰਮਾਨਾ ਸਰਬ ਰੋਗ ਕਾ ਔਖਦ ਨਾਮ, ਸਾਰੇ ਰੋਗਾਂ ਦਾ ਜਿਹੜਾ ਦਾਰੂ ਹੈ ਉਹ ਨਾਮ ਹੈ, ਸਿਮਰਨ ਹੈ। ਤੇ ਜਦੋਂ ਆਪਾਂ ਉਸ ਅਕਾਲ ਪੁਰਖ ਪ੍ਰਮਾਤਮਾ ਦਾ ਨਾਮ ਸਿਮਰਨ ਕਰਾਂਗੇ ਤੇ ਕੋਈ ਰੋਗ, ਕੋਈ ਸਰੀਰ ਦੇ ਅੰਦਰ, ਜਿਵੇਂ ਆਪਾਂ ਕਹਿ ਦਿੰਦੇ ਆ ਮਨਮਤ ਨੂੰ ਲੈ ਕੇ ਵੀ ਮਾਤਾ ਨਿਕਲ ਗਈ, ਹੋਰ ਕਈ ਤਰ੍ਹਾਂ ਦੇ ਆਪਾਂ ਕਰਨੇ ਆ। ਇੱਥੇ ਵੀ ਇੱਕ ਭਾਈ ਸਾਹਿਬ ਨੂੰ ਨਿਕਲ ਗਈ, ਬੱਚੇ ਨੂੰ ਨਿਕਲੀ, ਤੇ ਉਹਦੇ ਬੱਚੇ ਦੀ ਬਹੁਤ ਮਾੜੀ ਹਾਲਤ ਹੋ ਗਈ, ਤੇ ਮੈਂ ਕਿਹਾ ਭਾਈ ਇਸ ਨੂੰ ਡਾਕਟਰ ਕੋਲ ਲੈ ਜਾ, ਕੋਈ ਇਹ ਮਾਤਾ ਨਹੀਂ ਨਿਕਲੀ, ਇਸ ਨੂੰ ਬਿਮਾਰੀ ਹੈ, ਇਸ ਨੂੰ ਬਿਮਾਰੀ ਕਹਿੰਦੇ ਨੇ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਵੀ ਨਿਕਲੀ ਸੀ, ਇਸ ਕਰਕੇ ਤੂੰ ਡਾਕਟਰ ਕੋਲ ਲੈ ਕੇ ਦਵਾਈ ਦਵਾ। ਜਦੋਂ ਡਾਕਟਰ ਕੋਲ ਲੈ ਕੇ ਗਿਆ, ਦਵਾਈ ਤੇ ਬੱਚਾ ਠੀਕ ਹੋ ਗਿਆ। ਤੇ ਆਪਾਂ ਕਈ ਵਾਰੀ ਘਰ ਦੇ ਵਿੱਚ ਹੀ ਬੈਠੇ ਰਹਿੰਦੇ ਆ, ਨਹੀਂ ਜੀ ਇਹਨੂੰ ਕਿਧਰੇ ਲੈ ਨਹੀਂ ਜਾਣਾ, ਕੋਈ ਇੱਕ ਨੂੰ ਨਿਕਲਦੀ ਹੈ ਦੂਸਰੇ ਨੂੰ ਹੋ ਜਾਂਦੀ, ਦੂਸਰੇ ਤੋਂ ਤੀਸਰੇ ਨੂੰ ਹੋ ਜਾਂਦੀ ਹੈ। ਇਸ ਕਰਕੇ ਮਨ ਮਤ ਦੇ ਵਿੱਚ ਨਾ ਪਿਆ ਕਰੋ, ਜਾ ਕੇ ਡਾਕਟਰ ਕੋਲੋਂ ਦਵਾਈ ਲਿਆ ਕਰੋ, ਤੇ ਉਸ ਅਕਾਲ ਪੁਰਖ ਪ੍ਰਮਾਤਮਾ ਦਾ ਭਰੋਸਾ ਰੱਖੋ, ਨਾਮ ਸਿਮਰਨ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਨਾਲ ਜੁੜੋ। ਤੇ ਜਦੋਂ ਉਸ ਅਕਾਲ ਪੁਰਖ ਪ੍ਰਮਾਤਮਾ ਦੇ ਨਾਮ ਨਾਲ ਜੁੜਾਂਗੇ ਤੇ ਉਹ ਤੇ ਦਾਤਾਰ ਹੈ ਆਪ ਅਕਾਲ ਪੁਰਖ ਪ੍ਰਮਾਤਮਾ, ਜਿਸ ਨੇ ਇਹ ਸਾਰੇ ਦੇਵੀ ਦੇਵਤੇ ਪੀਰ ਫਕੀਰ ਸਭ ਨੂੰ ਔਲੀਏ ਜਿੰਨੇ ਵੀ ਨੇ ਸਾਰੇ ਉਸ ਨੇ ਭੇਜੇ ਨੇ। ਤੇ ਆਪਾਂ ਸਿਰਫ ਸਿੱਧਾ ਤੇ ਸਿੱਧਾ ਉਸ ਅਕਾਲ ਪੁਰਖ ਪ੍ਰਮਾਤਮਾ ਦੇ ਨਾਮ ਨਾਲ ਜੁੜੀਏ, ਆਪਾਂ ਵਿਚੋਲੇ ਰੱਖੀਏ ਨਾ। ਤੇ ਜਦੋਂ ਆਪਾਂ ਉਸ ਅਕਾਲ ਪੁਰਖ ਪ੍ਰਮਾਤਮਾ ਦੇ ਨਾਮ ਦੇ ਨਾਲ ਜੁੜਾਂਗੇ, ਘਰ ਦੇ ਵਿੱਚ ਕੋਈ ਇੱਕ ਤਗੜਾ ਬੰਦਾ ਹੋਵੇ ਨਾ, ਤੇ ਜਿਹੜੇ ਆਸੇ ਪਾਸੇ ਦੇ ਲੋਕ ਮਾੜੇ ਹੁੰਦੇ ਨੇ ਨਾ, ਕਦੀ ਉਹ ਨਜ਼ਦੀਕ ਆਉਂਦੇ ਹੀ, ਬੰਦੇ ਦੇ ਨੇੜੇ ਆਉਂਦੇ ਹੀ। ਇਸੇ ਤਰ੍ਹਾਂ ਜੇ ਆਪਾਂ ਉਸ ਅਕਾਲ ਪੁਰਖ ਪ੍ਰਮਾਤਮਾ ਦੇ ਨਾਲ ਜੁੜੇ ਰਹਾਂਗੇ ਨਾ, ਤੇ ਕੋਈ ਇਹੋ ਜਿਹੇ ਜਿੰਨ ਭੂਤ ਆਤਮਾ ਜਿਹੜੀਆਂ ਛਾਵਾਂ ਨੇ ਕਦੀ ਨੇੜੇ ਆਉਂਦੀਆਂ ਨੇ। ਕਿਉਂਕਿ ਮਹਾਰਾਜ ਕਹਿੰਦੇ ਨੇ, ਜਨ ਨਾਨਕ ਨਾਮ ਧਿਆਇਆ ਮੇਰੀ ਜਿੰਦੜੀਏ, ਜਬ ਕੰਕਰ ਨੇੜ ਨਾ ਆਇਆ ਰਾ। ਕਹਿੰਦੇ ਨੇ ਇਹੋ ਜਿਹੇ ਜਿਹੜੇ ਜੰਮ ਨੇ, ਜਿਹੜੇ ਭੂਤ ਚੜੇਲਾਂ ਨੇ, ਜਿਹੜੀਆਂ ਇਹੋ ਜਿਹੀਆਂ ਚੀਜ਼ਾਂ ਨੇ ਨਾ, ਉਹ ਫਿਰ ਲਾਗੇ ਆਉਂਦੀਆਂ ਨੇ ਜਿਹੜੇ ਉਸ ਅਕਾਲ ਪੁਰਖ ਪ੍ਰਮਾਤਮਾ ਦਾ ਨਾਮ ਸਿਮਰਨ ਕਰਦੇ ਨੇ। ਇਸ ਕਰਕੇ ਵਹਿਮਾਂ ਭਰਮਾਂ ਦੇ ਵਿੱਚ ਨਾ ਪਿਆ ਕਰੋ। ਸਾ ਵਡਿਆਈ ਦੇ ਜਿਤ ਨਾਮ ਤੇਰੇ ਲਾਗ ਰਹਾ, ਇਹੋ ਜੀ ਵਡਿਆਈ ਮੈਨੂੰ ਬਖਸ਼ਿਸ਼ ਕਰ ਸੱਚੇ ਪਾਤਸ਼ਾਹ, ਜਿਸ ਨੂੰ ਸੁਣ ਕੇ, ਤੇਰੇ ਨਾਮ ਨੂੰ ਸੁਣ ਕੇ ਮੈਂ ਤੇਰੇ ਚਰਨਾਂ ਦੇ ਨਾਲ ਜੁੜ ਜਾਵਾਂ। ਦੂਜਾ ਨਹੀਂ ਕੋਏ ਜਿਸ ਆਗਿਆ ਪਿਆਰੇ ਜਾਇ ਕਹਾ, हे ਸੱਚੇ ਪਾਤਸ਼ਾਹ ਤੇਰੇ ਤੋਂ ਬਿਨਾ ਹੋਰ ਕੋਈ ਦੂਜਾ ਨਹੀਂ ਜਿਹਦੇ ਕੋਲ ਜਾ ਕੇ ਮੈਂ ਬੇਨਤੀ ਕਰ ਸਕਾਂ। ਰਹਾਓ ਸੇਵੀ ਸਾਹਿਬ ਆਪਣਾ ਅਵਰ ਨਾ ਜਾ ਚਾਉ ਕੋਏ। ਉਹ ਅਕਾਲ ਪੁਰਖ ਪ੍ਰਮਾਤਮਾ ਵਾਹਿਗੁਰੂ ਦੇ ਨੂੰ ਸਿਮਰਨ ਕਰ, ਅਵਰ ਨਾ ਜਾਚੋ ਕੋਈ। ਸੱਚੇ ਪਾਤਸ਼ਾਹ ਮੈਂ ਤੇ ਸਿਰਫ ਤੇਰੇ ਤੇ ਤੇਰੇ ਇੱਕ ਸਿਰਫ ਨਾਮ ਨੂੰ ਸਿਮਰਦਾ ਹਾਂ, ਅਵਰ ਨਾ ਜਾਚੋ ਕੋਈ, ਮੈਂ ਹੋਰ ਕਿਸੇ ਕੋਲ ਕੋਈ ਚੀਜ਼ ਨਹੀਂ ਮੰਗਦਾ। ਨਾਨਕ ਤਾਕਾ ਦਾਸ ਹੈ ਬਿੰਦ ਬਿੰਦ ਚੁੱਕ ਚੁੱਕ ਹੋਏ। ਮੇਰੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਪ੍ਰਮਾਣ ਕਰਦੇ ਨੇ, ਕਹਿੰਦੇ ਨੇ ਮੈਂ ਤੇਰਾ ਦਾਸ ਹਾਂ। हे ਸੱਚੇ ਪਾਤਸ਼ਾਹ ਵਾਹਿਗੁਰੂ, ਬਿੰਦ ਬਿੰਦ ਕਹਿੰਦੇ ਨੇ ਛਿਨ ਛਿਨ ਹੋ ਕੇ, ਟੋਟੇ ਟੋਟੇ ਹੋ ਕੇ ਮੈਂ ਤੇਰੇ ਤੋਂ ਕੁਰਬਾਨ ਜਾਂਦਾ ਹਾਂ। ਸਾਹਿਬ ਤੇਰੇ ਨਾਮ ਵਿਟੋਂ ਬਿੰਦ ਬਿੰਦ ਚੁੱਕ ਚੁੱਕ ਹੋਏ। ਦੁਬਾਰਾ ਫਿਰ ਕਹਿੰਦੇ ਨੇ हे ਸਾਹਿਬ, हे ਅਕਾਲ ਪੁਰਖ ਪ੍ਰਮਾਤਮਾ, ਮੈਂ ਤੇਰੇ ਨਾਮ ਤੋਂ ਛਿਨ ਛਿਨ ਹੋ ਕੇ, ਟੋਟੇ ਟੋਟੇ ਹੋ ਕੇ ਤੇਰੇ ਤੋਂ ਕੁਰਬਾਨ ਜਾਂਦਾ ਹਾਂ। ਰਹਾਓ ਇਹੋ ਜੀ ਬੇਨਤੀ ਦਾ ਸ਼ਬਦ ਜਦੋਂ ਮਾਤਾ ਸੁਲੱਖਣੀ ਨੇ ਸੁਣਿਆ ਨਾ, ਤੇ ਫਿਰ ਜਿਹੜਾ ਸੰਸਾਰ ਦੇ ਜਿਹੜੇ ਬੰਧਨ ਸੀ ਨਾ, ਉਹਨਾਂ ਤੋਂ ਫਿਰ ਦੂਰ ਹੋ ਗਏ। ਆਪਾਂ ਵੀ ਉਸ ਅਕਾਲ ਪੁਰਖ ਪ੍ਰਮਾਤਮਾ ਦਾ ਇਹ ਸ਼ਬਦ ਸੁਣਿਆ ਹੈ। ਕਿਰਪਾ ਕਰਕੇ ਬੇਨਤੀ ਕਰਿਆ ਕਰੋ ਉਸ ਅਕਾਲ ਪੁਰਖ ਪ੍ਰਮਾਤਮਾ ਦੇ ਸੱਚੇ ਪਾਤਸ਼ਾਹ ਇਹੋ ਜੀ ਕਿਰਪਾ ਕਰ, ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਵਰ। ਸੱਚੇ ਪਾਤਸ਼ਾਹ ਕਿਰਪਾ ਕਰਕੇ ਸਾਨੂੰ ਆਪਣੇ ਚਰਨਾਂ ਦੇ ਨਾਲ ਜੋੜ ਲੈ, ਤਾਂ ਕਿ ਆਪਾਂ ਦਿਨ ਰਾਤ ਤੇਰੇ ਹੀ ਗੁਣ ਗਾਉਂਦੇ ਰਹੀਏ। ਵਿਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੇ ਦੁੱਖ, ਦੇਹ ਨਾਮ ਸੰਤੋਖੀਆ, ਉਤਰੈ ਮਨ ਕੀ ਭੁੱਖ। ਸੱਚੇ ਪਾਤਸ਼ਾਹ ਕਿਰਪਾ ਕਰ, ਤੇ ਜਿਹੜੇ ਦੁਨੀਆ ਦੇ ਜਿਹੜੇ ਲਾਲਚ ਲੱਗੇ ਨੇ
ਇਹਨਾਂ ਨੂੰ ਮਿਟਾ ਕੇ, ਇਹਨਾਂ ਦੀਆਂ ਤ੍ਰਿਸ਼ਨਾ ਸਾਡੇ ਅੰਦਰੋਂ ਮਿਟਾ ਕੇ ਤੇ ਸਿਰਫ ਨਾਮ ਵਾਲੀ ਭੁੱਖ ਸਾਡੇ ਸਰੀਰ ਦੇ ਅੰਦਰ ਲਾ ਦੇ। ਸਾਡੇ ਤਨ ਨੂੰ ਜਿਹੜੇ ਤੇਰੇ ਨਾਮ ਦੀ ਭੁੱਖ ਲੱਗ ਜਾਵੇ। ਜਦੋਂ ਇਹੋ ਜਿਹੀ ਬੇਨਤੀ ਆਪਾਂ ਉਸ ਅਕਾਲ ਪੁਰਖ ਪ੍ਰਮਾਤਮਾ ਦੇ ਅੱਗੇ ਕਰਾਂਗੇ, ਫਿਰ ਉਸ ਅਕਾਲ ਪੁਰਖ ਪ੍ਰਮਾਤਮਾ ਦੀ ਸਾਡੇ ਤੇ ਕਿਰਪਾ ਹੋ ਜਾਏਗੀ। ਭਾਈ ਜਿੰਦੇ ਜੀ ਉਸ ਅਕਾਲ ਪੁਰਖ ਪ੍ਰਮਾਤਮਾ ਦੇ ਚਰਨਾਂ ਦੇ ਨਾਲ ਜੁੜੇ ਰਵਾਂਗੇ ਤੇ ਫਿਰ ਜਦੋਂ ਸਾਡੀ ਸਰੀਰ ਦੀ ਪ੍ਰਾਰਬਧ ਖਤਮ ਹੋਏਗੀ ਤੇ ਫਿਰ ਕੀ ਹੋਏਗਾ? ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਫਿਰ ਸਾਡਾ ਜਿਹੜਾ ਇਹ ਲੋਕ ਹੈ, ਮਾਤ ਲੋਕ ਹੈ, ਇਸ ਦੇ ਵਿੱਚ ਵੀ ਸਾਨੂੰ ਸੁੱਖ ਹੀ ਸੁੱਖ ਮਿਲੇਗਾ। ਤੇ ਜਦੋਂ ਫਿਰ ਸਰੀਰ ਦੀ ਪ੍ਰਾਰਬਧ ਖਤਮ ਹੋਣੀ ਹੈ ਤੇ ਫਿਰ ਪਰਲੋਕ ਦੇ ਵਿੱਚ ਵੀ ਭਾਈ ਉਸ ਸੱਚੇ ਦੀ ਦਰਗਾਹ ਦੇ ਅੰਦਰ ਵੀ ਸਾਨੂੰ ਫਿਰ ਢੋਈ ਮਿਲੇਗੀ। ਇਸ ਕਰਕੇ ਬੇਨਤੀ ਕਰਿਆ ਕਰੋ ਉਸ ਅਕਾਲ ਪੁਰਖ ਪ੍ਰਮਾਤਮਾ ਦੇ ਅੱਗੇ। ਜਦੋਂ ਵੀ ਗੁਰੂ ਘਰ ਦੇ ਵਿੱਚ ਆਉਂਦੇ ਹੋ, ਨਾਮ ਧੰਨ ਦੀ ਬੇਨਤੀ ਕਰਿਆ ਕਰੋ। ਸੱਚੇ ਪਾਤਸ਼ਾਹ ਆਪਣੇ ਚਰਨਾਂ ਨਾਲ ਜੋੜ ਲੈ ਤੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਨਿੰਦਿਆ, ਚੁਗਲੀ ਜਿਹੜੇ ਇਹ 5 ਵਿਕਾਰ ਨੇ ਸਾਡੇ ਸਰੀਰ ਦੇ ਅੰਦਰੋਂ ਕੱਢ ਕੇ ਤੇ ਨਾਮ ਦਾ ਵਾਸਾ ਕਰਦੇ। ਭਾਈ ਸ਼ਬਦ ਦੀ ਵਿਚਾਰ ਕਰਦਿਆਂ ਹੋਇਆਂ ਜੇ ਕਿਸੇ ਆਤਮਾ ਨੂੰ ਕੋਈ ਚੋਟ ਪਹੁੰਚੀ ਹੋਵੇ, ਕੋਈ ਬਾਦ ਘਾਟ ਸ਼ਬਦ ਮੁਖ ਤੋਂ ਉਚਾਰਿਆ ਗਿਆ ਹੋਵੇ, ਕਿਉਂਕਿ ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਦਾ। ਇਨਸਾਨ ਤੇ ਭੁੱਲਾਂ ਕਰਨ ਵਾਲਾ ਹੈ, ਗਲਤੀਆਂ ਕਰਨ ਵਾਲਾ ਹੈ ਤੇ ਸਿਰਫ ਉਹ ਅਕਾਲ ਪੁਰਖ ਪ੍ਰਮਾਤਮਾ ਹੈ ਜਿਹਦੇ ਕੋਲੋਂ ਕੋਈ ਗਲਤੀ ਨਹੀਂ ਹੁੰਦੀ। ਇਨਸਾਨ ਹਾਂ, ਉਸ ਅਕਾਲ ਪੁਰਖ ਪ੍ਰਮਾਤਮਾ ਦੇ ਕੁੱਕਰ ਬਣਨ ਦੀ ਕੋਸ਼ਿਸ਼ ਕਰਦੇ ਹਾਂ। ਜੇ ਕੋਈ ਬਾਤ ਘੱਟ ਬੋਲਿਆ ਗਿਆ ਹੋਵੇ, ਭੌਂਕਿਆ ਗਿਆ ਹੋਵੇ ਰਸਨਾ ਤੋਂ, ਤੇ ਕਿਸੇ ਦੀ ਆਤਮਾ ਨੂੰ ਕੋਈ ਚੋਟ ਪਹੁੰਚੀ ਹੋਵੇ ਤੇ ਦਾਸ ਨੂੰ ਖਿਮਾ ਕਰ ਦੇਣਾ। ਜੇ ਕੋਈ ਸ਼ਬਦ ਚੰਗੇ ਲੱਗੇ ਹੋਣ ਪੱਲੇ ਬੰਨ ਕੇ ਲੈ ਜਾਣੇ, ਨਾ ਲੱਗੇ ਹੋਣ ਦਾਸ ਦੀ ਝੋਲੀ ਵਿੱਚ ਪਾ ਦੇਣੇ। ਆਓ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਵਾਹਿਗੁਰੂ, 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 ਸਤਿਨਾਮ ਵਾਹਿਗੁਰੂ।